ਪੋਲੀਟੀਕਲ ਸਾਇੰਸ ਦੇ ਵਿਸ਼ੇ ਦਾ ਅਧਿਐਨ ਪੰਜਾਬੀ ਮੀਡੀਅਮ ਰਾਹੀਂ ਕਰ ਰਹੇ ਸਾਰੇ ਵਿਦਿਆਰਥੀਆਂ ਦਾ ਮੈਂ ਡਾਕਟਰ ਜੋਗਿੰਦਰ ਸਿੰਘ, ਹੈੱਡ ਡਿਪਾਰਟਮੈਂਟ ਆਫ ਪੋਲੀਟੀਕਲ ਸਾਇੰਸ, ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ, ਜ਼ਿਲ੍ਹਾ ਸੰਗਰੂਰ ਸਵਾਗਤ ਕਰਦਾ ਹਾਂ। ਡੀਅਰ ਸਟੂਡੈਂਟਸ, ਸਾਡੇ ਅੱਜ ਦੇ ਇਸ ਲੈਕਚਰ ਦਾ ਵਿਸ਼ਾ ਰਹੇਗਾ ਰਾਸ਼ਟਰਪਤੀ ਦੀਆਂ ਸੰਕਟਕਾਲੀ ਸ਼ਕਤੀਆਂ। ਸੰਵਿਧਾਨ ਨੇ ਰਾਸ਼ਟਰਪਤੀ ਨੂੰ ਕੁਝ ਇਸ ਤਰ੍ਹਾਂ ਦੀਆਂ ਪਾਵਰਸ ਦਿੱਤੀਆਂ ਨੇ ਜਿਨ੍ਹਾਂ ਦੀ ਵਰਤੋਂ ਉਹ ਆਮ ਸਮੇਂ ਦੌਰਾਨ ਨਹੀਂ ਕਰਦਾ। ਜਦੋਂ ਕੋਈ ਸੰਕਟ ਆ ਜੇ ਦੇਸ਼ 'ਤੇ, ਕੋਈ ਐਮਰਜੈਂਸੀ ਹੋਵੇ, ਉਦੋਂ ਕਰ ਸਕਦਾ ਹੈ। ਤੇ ਅਸੀਂ ਇਹ ਵੀ ਜਾਣਦੇ ਹਾਂ ਕਿ ਰਾਸ਼ਟਰਪਤੀ ਕਿਉਂਕਿ ਸਿਰਫ ਇੱਕ ਸੰਵਿਧਾਨਕ ਮੁਖੀ ਹੈ ਸੰਸਦੀ ਸ਼ਾਸਨ ਪ੍ਰਣਾਲੀ ਹੋਣ ਕਰਕੇ, ਇਸ ਲਈ ਰਾਸ਼ਟਰਪਤੀ ਆਪਣੀਆਂ ਇਹਨਾਂ ਸਾਰੀਆਂ ਪਾਵਰਸ ਦੀ ਵਰਤੋਂ ਮੰਤਰੀ ਪਰਿਸ਼ਦ ਦੀ ਸਲਾਹ 'ਤੇ ਸੰਵਿਧਾਨ ਦੇ ਅਨੁਸਾਰ ਕਰਦਾ ਹੈ। ਸੰਵਿਧਾਨ ਨੇ ਰਾਸ਼ਟਰਪਤੀ ਨੂੰ ਆਰਡੀਨਰੀ ਪਾਵਰਸ ਦੇ ਨਾਲ ਨਾਲ ਕੁਝ ਐਮਰਜੈਂਸੀ ਪਾਵਰਸ ਵੀ ਦਿੱਤੀਆਂ ਨੇ ਜਿਨ੍ਹਾਂ ਦੀ ਵਰਤੋਂ ਉਹ ਸਿਰਫ ਐਮਰਜੈਂਸੀ ਦੇ ਦੌਰਾਨ ਹੀ ਕਰ ਸਕਦਾ ਹੈ। ਇਹ ਸਾਰੀਆਂ ਵਿਵਸਥਾਵਾਂ ਨੇ ਜਿਹੜੀਆਂ ਭਾਰਤ ਦਾ ਸੰਵਿਧਾਨ ਦਾ ਭਾਗ 18ਵਾਂ ਹੈ। 18ਵੇਂ ਭਾਗ ਦੇ ਵਿੱਚ ਸਾਰੀਆਂ ਐਮਰਜੈਂਸੀ ਪ੍ਰੋਵੀਜ਼ਨਸ ਕੀਤੀਆਂ ਗਈਆਂ ਨੇ। ਆਰਟੀਕਲ 352 ਤੋਂ ਲੈ ਕੇ 360 ਤੱਕ ਤਿੰਨ ਤਰ੍ਹਾਂ ਦੀ ਐਮਰਜੈਂਸੀ ਦੀ ਵਿਵਸਥਾ ਸਾਡੇ ਸੰਵਿਧਾਨ ਨੇ ਕੀਤੀ ਹੈ। ਪਹਿਲੀ ਹੈ ਯੁੱਧ, ਬਾਹਰੀ ਹਮਲੇ ਜਾਂ ਹਥਿਆਰਬੰਦ ਵਿਦਰੋਹ ਤੋਂ ਪੈਦਾ ਹੋਇਆ ਸੰਕਟ। ਕਿਸੇ ਦੇਸ਼ ਨਾਲ ਯੁੱਧ ਚੱਲ ਰਿਹਾ ਹੋਵੇ ਉਦੋਂ ਇਹ ਐਮਰਜੈਂਸੀ ਲਗਾਈ ਜਾ ਸਕਦੀ ਹੈ। ਇਸ ਨੂੰ ਆਮ ਬੋਲ ਚਾਲ ਦੇ ਵਿੱਚ ਰਾਸ਼ਟਰੀ ਸੰਕਟ ਕਾਲ ਵੀ ਕਹਿ ਦਿੱਤਾ ਜਾਂਦਾ ਹੈ, ਪਰ ਸੰਵਿਧਾਨ ਦੇ ਵਿੱਚ ਕਿਤੇ ਇਹ ਸ਼ਬਦ ਵਰਤੇ ਨਹੀਂ ਗਏ ਰਾਸ਼ਟਰੀ ਸੰਕਟ ਕਾਲ। ਰਾਜਾਂ ਵਿੱਚ ਦੂਸਰਾ ਹੈ ਰਾਜਾਂ ਵਿੱਚ ਸੰਵਿਧਾਨਕ ਮਸ਼ੀਨਰੀ ਦੀ ਅਸਫਲਤਾ ਕਾਰਨ ਪੈਦਾ ਹੋਇਆ ਸੰਕਟ ਕਾਲ। ਇਸ ਨੂੰ ਆਮ ਬੋਲ ਚਾਲ ਦੇ ਵਿੱਚ ਅਸੀਂ ਕਹਿ ਦਿੰਦੇ ਹਾਂ ਕਿ ਕਿਸੇ ਰਾਜ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਗਿਆ ਹੈ। ਤੀਸਰਾ ਹੈ ਵਿੱਤੀ ਸੰਕਟ ਕਾਲ, ਫਾਈਨੈਂਸ਼ੀਅਲ ਐਮਰਜੈਂਸੀ। ਆਰਟੀਕਲ 360 ਦੇ ਵਿੱਚ ਫਾਈਨੈਂਸ਼ੀਅਲ ਐਮਰਜੈਂਸੀ ਦੀ ਵਿਵਸਥਾ ਕੀਤੀ ਗਈ ਹੈ। ਸਭ ਤੋਂ ਪਹਿਲਾਂ ਅਸੀਂ ਰਾਸ਼ਟਰੀ ਸੰਕਟ ਕਾਲ ਬਾਰੇ ਪੜ੍ਹਾਂਗੇ, ਜਿਹੜਾ ਆਮ ਕਰਕੇ ਜਿਸ ਦੀ ਵਿਵਸਥਾ ਕਿਸੇ ਯੁੱਧ ਆਦਿ ਦਾ ਟਾਕਰਾ ਕਰਨ ਦੇ ਲਈ ਕੀਤੀ ਗਈ ਹੈ। ਆਰਟੀਕਲ 352 ਦੇ ਵਿੱਚ ਇਹ ਵਿਵਸਥਾ ਕੀਤੀ ਗਈ ਹੈ। ਤਿੰਨ ਤਰ੍ਹਾਂ ਦੇ ਆਧਾਰ ਸਾਨੂੰ ਦੱਸੇ ਨੇ ਸੰਵਿਧਾਨ ਨੇ ਕਦੋਂ ਇਹ ਐਮਰਜੈਂਸੀ ਇੰਪੋਜ਼ ਕੀਤੀ ਜਾ ਸਕਦੀ ਹੈ। ਯੁੱਧ ਚੱਲ ਰਿਹਾ ਹੋਵੇ, ਬਾਹਰੀ ਹਮਲਾ ਹੋ ਗਿਆ ਹੋਵੇ ਜਾਂ ਹਥਿਆਰਬੰਦ ਵਿਦਰੋਹ ਹੋ ਗਿਆ ਹੋਵੇ ਦੇਸ਼ ਦੇ ਵਿੱਚ। ਇਹਦੇ ਕਰਕੇ ਇੰਟਰਨਲ ਐਮਰਜੈਂਸੀ, ਦੋ ਕਰਕੇ ਐਕਸਟਰਨਲ ਐਮਰਜੈਂਸੀ ਲਗਾਈ ਜਾ ਸਕਦੀ ਹੈ। ਹਥਿਆਰਬੰਦ ਵਿਦਰੋਹ ਕਰਕੇ ਇੰਟਰਨਲ ਐਮਰਜੈਂਸੀ ਲਗਾਈ ਜਾ ਸਕਦੀ ਹੈ। ਇਹ ਜਿਹੜਾ ਤੀਸਰਾ ਕਲਾਸ ਹੈ ਹਥਿਆਰਬੰਦ ਵਿਦਰੋਹ, ਸਾਡੇ ਓਰੀਜਨਲ ਸੰਵਿਧਾਨ ਦੇ ਵਿੱਚ ਇਹ ਸ਼ਬਦ ਨਹੀਂ ਸੀ। ਓਰੀਜਨਲ ਸੰਵਿਧਾਨ ਦੇ ਵਿੱਚ ਸ਼ਬਦ ਸੀ ਅੰਦਰੂਨੀ ਗੜਬੜ, ਪਰ ਇਹ ਇੱਕ ਬੜਾ ਖੁੱਲ੍ਹਾ ਜਿਹਾ ਸ਼ਬਦ ਹੈ। ਕਿਸੇ ਵੀ ਅੰਦਰੂਨੀ ਗੜਬੜ ਦਾ ਬਹਾਨਾ ਲਾ ਕੇ ਸਰਕਾਰ ਆਪਣੀ ਇਸ ਪਾਵਰ ਦੀ ਮਿਸਯੂਜ਼ ਕਰ ਸਕਦੀ ਹੈ। ਜਦੋਂ ਇੰਦਰਾ ਗਾਂਧੀ ਜੀ ਨੇ ਇਸ ਪਾਵਰ ਨੂੰ ਮਿਸਯੂਜ਼ ਕੀਤਾ 1975 ਦੇ ਵਿੱਚ, ਅੰਦਰੂਨੀ ਗੜਬੜ ਦਾ ਬਹਾਨਾ ਲਾ ਕੇ ਇੰਟਰਨਲ ਐਮਰਜੈਂਸੀ ਲਾਈ, ਤਾਂ ਉਸ ਤੋਂ ਬਾਅਦ ਇੱਕ ਨਵੀਂ ਸਰਕਾਰ ਬਣੀ 1978 ਦੇ ਵਿੱਚ, ਜਨਤਾ ਪਾਰਟੀ ਗੌਰਮੈਂਟ। ਉਸ ਨੇ ਸੰਵਿਧਾਨ ਦੇ ਵਿੱਚ ਸੋਧ ਕਰਕੇ ਹਥਿਆਰਬੰਦ ਵਿਦਰੋਹ ਸ਼ਬਦ ਕੀਤਾ, ਅੰਦਰੂਨੀ ਗੜਬੜ ਸ਼ਬਦ ਕੱਟਤਾ ਕਿ ਤਾਂ ਹੀ ਯੁੱਧ ਜਾਂ ਬਾਹਰੀ ਹਮਲੇ ਤੋਂ ਬਿਨਾਂ ਹੁਣ ਇਹ ਐਮਰਜੈਂਸੀ ਤਾਂ ਇੰਪੋਜ਼ ਕੀਤੀ ਜਾ ਸਕਦੀ ਹੈ ਜੇ ਹਥਿਆਰਬੰਦ ਵਿਦਰੋਹ ਹੋ ਗਿਆ ਹੋਵੇ ਅਤੇ ਇਹਨਾਂ ਸਾਰੇ ਕਾਰਨਾਂ ਕਰਕੇ ਭਾਰਤ ਦੀ ਸੁਰੱਖਿਆ ਨੂੰ ਖਤਰਾ ਪੈਦਾ ਹੋ ਗਿਆ ਹੋਵੇ ਤਾਂ ਇਹ ਐਮਰਜੈਂਸੀ ਡਿਕਲੇਅਰ ਕੀਤੀ ਜਾ ਸਕਦੀ ਹੈ। ਹੁਣ ਤੱਕ ਇਸ ਸੰਕਟ ਕਾਲ ਦੀ, ਇਸ ਐਮਰਜੈਂਸੀ ਦੀ 3 ਵਾਰ ਪ੍ਰੋਕਲੇਮੇਸ਼ਨ ਕੀਤੀ ਗਈ ਹੈ। ਪਹਿਲੀ ਵਾਰੀ ਕੀਤੀ ਗਈ ਸੀ 26 ਅਕਤੂਬਰ 1962 ਨੂੰ ਅਤੇ ਇਹ 10 ਜਨਵਰੀ 1968 ਤੱਕ ਐਗਜ਼ਿਸਟੈਂਸ ਦੇ ਵਿੱਚ ਰਹੀ ਸੀ। ਫਿਰ ਦੂਸਰੀ ਵਾਰੀ ਕੀਤੀ ਗਈ ਸੀ ਇਹ ਐਮਰਜੈਂਸੀ 3 ਦਸੰਬਰ 1971 ਨੂੰ। ਇਹ 21 ਮਾਰਚ 1977 ਤੱਕ ਚੱਲਦੀ ਰਹੀ ਸੀ। ਫਿਰ ਇਹ 26 ਜੂਨ 1975 ਨੂੰ ਇਸ ਐਮਰਜੈਂਸੀ ਦੇ ਚਲਦੇ ਹੀ ਤੀਸਰੀ ਵਾਰੀ ਇੰਟਰਨਲ ਐਮਰਜੈਂਸੀ ਲਾਈ ਗਈ ਅਤੇ ਇਹ ਵੀ 21 ਮਾਰਚ 1977 ਤੱਕ ਚੱਲੀ ਸੀ। ਕਿਉਂਕਿ ਜਦੋਂ ਇਹ ਤਿੰਨੇ ਵਾਰੀ ਐਮਰਜੈਂਸੀ ਡਿਕਲੇਅਰ ਕੀਤੀ ਗਈ ਆ, ਇੰਨਾ ਲੰਮਾ ਸਮਾਂ ਇਸ ਲਈ ਚੱਲੀ ਆ ਕਿਉਂਕਿ ਪਹਿਲਾਂ ਕੋਈ ਟਾਈਮ ਪੀਰੀਅਡ ਫਿਕਸ ਨਹੀਂ ਸੀ ਸੰਵਿਧਾਨ ਦੇ ਵਿੱਚ। ਸੰਵਿਧਾਨ ਬਣਾਉਣ ਵਾਲੇ ਨੇ ਸੋਚਿਆ ਸੀ ਕਿ ਸਰਕਾਰ ਇਸ ਨੂੰ ਕਦੇ ਮਿਸਯੂਜ਼ ਨਹੀਂ ਕਰੇਗੀ। ਜਦੋਂ ਕੋਈ ਸੰਕਟ ਆਵੇਗਾ ਐਮਰਜੈਂਸੀ ਡਿਕਲੇਅਰ ਕਰ ਦੇਵੇਗੀ ਸਰਕਾਰ, ਸੰਕਟ ਟਲ ਜਾਵੇਗਾ ਤਾਂ ਰਾਸ਼ਟਰਪਤੀ ਐਮਰਜੈਂਸੀ ਨੂੰ ਚੁੱਕਣ ਦਾ ਆਦੇਸ਼ ਜਾਰੀ ਕਰ ਦੇਣਗੇ। ਜਿਹੜੇ ਇਹ ਰਾਸ਼ਟਰੀ ਸੰਕਟ ਕਾਲ ਹੈ, ਇਹਦੇ ਨਾਲ ਸੰਬੰਧਿਤ ਮੁੱਖ ਵਿਵਸਥਾਵਾਂ ਨੇ ਸਾਡੇ ਸੰਵਿਧਾਨ ਦੇ ਵਿੱਚ ਕਿ ਜੇਕਰ ਰਾਸ਼ਟਰਪਤੀ ਨੂੰ ਲੱਗੇ ਕਿ ਕੋਈ ਯੁੱਧ ਜਾਂ ਬਾਹਰੀ ਹਮਲਾ ਜਾਂ ਹਥਿਆਰਬੰਦ ਵਿਦਰੋਹ ਵਾਪਰਨ ਦਾ ਖਤਰਾ ਹੈ ਤਾਂ ਉਹ ਇਹਨਾਂ ਘਟਨਾਵਾਂ ਦੇ ਵਾਪਰਨ ਤੋਂ ਪਹਿਲਾਂ ਵੀ ਐਮਰਜੈਂਸੀ ਡਿਕਲੇਅਰ ਕਰ ਸਕਦਾ ਹੈ। ਅਤੇ ਦੂਸਰੀ ਵਿਵਸਥਾ ਹੈ ਰਾਸ਼ਟਰਪਤੀ
ਹੋਰ ਘੋਸ਼ਣਾ ਕਰਕੇ ਪਹਿਲਾਂ ਕੀਤੀ ਘੋਸ਼ਣਾ ਜਿਹੜੀ ਸੰਕਟ ਕਾਲ ਦੀ ਘੋਸ਼ਣਾ ਉਸ ਦੇ ਵਿੱਚ ਪਰਿਵਰਤਨ ਕਰ ਸਕਦਾ ਹੈ। ਜਿਵੇਂ ਜੇ ਯੁੱਧ ਕਰਕੇ ਐਮਰਜੈਂਸੀ ਡਿਕਲੇਅਰ ਕੀਤੀ ਹੋਈ ਆ, ਉਹ ਐਮਰਜੈਂਸੀ ਚੱਲ ਰਹੀ ਆ ਤੇ ਨਾਲ ਹਥਿਆਰਬੰਦ ਵਿਦਰੋਹ ਪੈਦਾ ਹੋ ਗਿਆ, ਹਥਿਆਰਬੰਦ ਵਿਦਰੋਹ ਦੇ ਆਧਾਰ ਤੇ ਫਿਰ ਐਮਰਜੈਂਸੀ ਪਹਿਲੀ ਐਮਰਜੈਂਸੀ ਦੇ ਚਲਦੇ ਚਲਦੇ ਹੀ ਡਿਕਲੇਅਰ ਕੀਤੀ ਜਾ ਸਕਦੀ ਹੈ। ਦੂਸਰੀ ਮੁੱਖ ਵਿਵਸਥਾ ਹੈ ਐਮਰਜੈਂਸੀ ਨਾਲ ਸੰਬੰਧਿਤ ਕਿ ਰਾਸ਼ਟਰਪਤੀ ਨੂੰ ਮੰਤਰੀ ਮੰਡਲ ਦਾ ਫੈਸਲਾ ਲਿਖਤੀ ਰੂਪ ਦੇ ਵਿੱਚ ਪਹੁੰਚਣਾ ਜ਼ਰੂਰੀ ਹੈ ਤਾਂ ਰਾਸ਼ਟਰਪਤੀ ਐਮਰਜੈਂਸੀ ਡਿਕਲੇਅਰ ਕਰ ਸਕਦੇ ਨੇ। ਪਹਿਲਾਂ ਕੀ ਸੀ, ਇਹ ਸਪਸ਼ਟ ਵਿਵਸਥਾ ਨਹੀਂ ਸੀ। ਇਹ 44ਵੀਂ ਸੰਵਿਧਾਨਕ ਸੋਧ ਨਾਲ ਜਨਤਾ ਪਾਰਟੀ ਸਰਕਾਰ ਨੇ 1978 'ਚ ਕੀਤੀ ਹੈ। ਫਿਰ ਜਦੋਂ ਸ਼੍ਰੀਮਤੀ ਇੰਦਰਾ ਗਾਂਧੀ ਨੇ ਐਮਰਜੈਂਸੀ ਡਿਕਲੇਅਰ ਕੀਤੀ ਆਪਣੇ ਨਿੱਜੀ ਹਿੱਤਾਂ ਦੇ ਲਈ, ਤਾਂ ਉਹਨਾਂ ਨੇ ਆਪਣੇ ਮੰਤਰੀ ਮੰਡਲ ਨੂੰ ਵੀ ਭਰੋਸੇ 'ਚ ਨਹੀਂ ਲਿਆ, ਸਿੱਧਾ ਰਾਸ਼ਟਰਪਤੀ ਨੂੰ ਮੈਸੇਜ ਦਿੱਤਾ ਕਿ ਐਮਰਜੈਂਸੀ ਡਿਕਲੇਅਰ ਕਰ ਦਿਓ। ਅਤੇ ਰਾਸ਼ਟਰਪਤੀ ਜਿਹੜੇ ਫਖਰੂਦੀਨ ਅਲੀ ਅਹਿਮਦ ਸੀ ਉਸ ਸਮੇਂ, ਉਹਨਾਂ ਨੇ ਰਾਸ਼ਟਰਪਤੀ ਡਿਕਲੇਅਰ ਕਰ ਦਿੱਤੀ ਕਿਉਂਕਿ ਉਹਨਾਂ ਲਈ ਜ਼ਰੂਰੀ ਸੀ ਪ੍ਰਧਾਨ ਮੰਤਰੀ ਦੀ ਸਿਫਾਰਿਸ਼ ਨੂੰ ਮੰਨਣਾ। ਇਹ ਜਦੋਂ ਐਮਰਜੈਂਸੀ ਡਿਕਲੇਅਰ ਕੀਤੀ, ਦੇਸ਼ ਦੀ ਜਨਤਾ 'ਤੇ ਬੜੇ ਅਤਿਆਚਾਰ ਕੀਤੇ ਗਏ ਇਸ ਐਮਰਜੈਂਸੀ ਦੇ ਦੌਰਾਨ। ਫਿਰ ਜਿਹੜੀ ਨਵੀਂ ਗੌਰਮੈਂਟ ਬਣੀ ਜਨਤਾ ਪਾਰਟੀ ਗੌਰਮੈਂਟ 1978 ਦੇ ਵਿੱਚ, ਉਹਨੇ 44ਵੀਂ ਸੋਧ ਦੇ ਨਾਲ ਇਹ ਵਿਵਸਥਾ ਕੀਤੀ ਕਿ ਰਾਸ਼ਟਰਪਤੀ ਨਾ ਤਾਂ ਆਪਣੀ ਇੱਛਾ ਦੇ ਨਾਲ ਐਮਰਜੈਂਸੀ ਡਿਕਲੇਅਰ ਕਰ ਸਕਦੇ ਨੇ, ਨਾ ਇਕੱਲੇ ਪ੍ਰਧਾਨ ਮੰਤਰੀ ਦੀ ਸਿਫਾਰਿਸ਼ ਦੇ ਨਾਲ। ਇਹ ਘੋਸ਼ਣਾ ਤਾਂ ਕਰ ਸਕਦੇ ਨੇ ਜੇ ਮੰਤਰੀ ਮੰਡਲ ਦਾ ਫੈਸਲਾ ਲਿਖਤੀ ਰੂਪ ਦੇ ਵਿੱਚ ਰਾਸ਼ਟਰਪਤੀ ਕੋਲ ਪਹੁੰਚੇ ਤਾਂ। ਬਲਕਿ ਇਹ ਇਕੱਲਾ ਹੀ ਆਰਟੀਕਲ ਹੈ ਸੰਵਿਧਾਨ ਦਾ ਜਿੱਥੇ ਮੰਤਰੀ ਮੰਡਲ ਸ਼ਬਦ ਵਰਤਿਆ ਗਿਆ ਹੈ। ਸੰਵਿਧਾਨ ਦੇ ਵਿੱਚ ਹੋਰ ਕਿਤੇ ਵੀ ਮੰਤਰੀ ਮੰਡਲ ਸ਼ਬਦ ਨਹੀਂ ਵਰਤਿਆ। ਕੌਂਸਲ ਆਫ ਮਿਨਿਸਟਰਸ ਜਾਂ ਮੰਤਰੀ ਪਰਿਸ਼ਦ ਸ਼ਬਦ ਵਰਤਿਆ ਗਿਆ ਹੈ, ਜਿਹੜੀ ਇੱਕ ਵੱਡੀ ਬਾਡੀ ਹੁੰਦੀ ਹੈ ਜਿਹਦੇ ਵਿੱਚ ਲਗਭਗ 60-70 ਮੈਂਬਰ ਹੁੰਦੇ ਨੇ। ਮੰਤਰੀ ਮੰਡਲ ਦੇ ਵਿੱਚ ਉਹਨਾਂ ਦੇ ਵਿੱਚੋਂ ਚੁਣਵੇਂ ਉੱਪਰਲੇ ਮੈਂਬਰ ਹੁੰਦੇ ਨੇ ਜਿਨ੍ਹਾਂ ਕੋਲ ਕੈਬਨਿਟ ਮੰਤਰੀ ਦਾ ਦਰਜਾ ਹੁੰਦਾ ਹੈ। ਕੈਬਨਿਟ ਜੇ ਲਿਖਤੀ ਰੂਪ ਦੇ ਵਿੱਚ ਮੈਸੇਜ ਦੇਵੇ ਰਾਸ਼ਟਰਪਤੀ ਨੂੰ ਤਾਂ ਰਾਸ਼ਟਰਪਤੀ ਇਹ ਸੰਕਟ ਕਾਲ ਡਿਕਲੇਅਰ ਕਰ ਸਕਦੇ ਨੇ। ਤੀਸਰੀ ਵਿਵਸਥਾ ਹੈ ਸੰਸਦ ਦੀ ਪ੍ਰਵਾਨਗੀ ਜ਼ਰੂਰੀ ਹੈ। ਜਦੋਂ ਰਾਸ਼ਟਰਪਤੀ ਨੇ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਹੋਵੇ ਤਾਂ ਇਸ ਨੂੰ ਪ੍ਰਵਾਨ ਕਰਵਾਉਣ ਦੇ ਲਈ ਸੰਸਦ ਦੇ ਦੋਵੇਂ ਹੀ ਸਦਨਾਂ ਦੇ ਅੱਗੇ ਰੱਖਣਾ ਪੈਂਦਾ ਹੈ। ਦੋਵੇਂ ਸਦਨ ਆਪੋ ਆਪਣੇ ਮੈਂਬਰਾਂ ਦੇ ਸਪਸ਼ਟ ਬਹੁਮਤ, ਡਬਲ ਮੈਜੋਰਟੀ ਕਲਾਜ਼ ਇੱਥੇ ਯੂਜ਼ ਕੀਤੀ ਗਈ ਹੈ, ਆਪੋ ਆਪਣੇ ਮੈਂਬਰਾਂ ਦੇ ਸਪਸ਼ਟ ਬਹੁਮਤ ਅਤੇ ਜਿੰਨੇ ਮੈਂਬਰ ਹਾਜ਼ਰ ਨੇ ਤੇ ਵੋਟ ਦੇ ਰਹੇ ਨੇ ਉਹਨਾਂ ਦੇ 2/3 ਬਹੁਮਤ ਦੇ ਨਾਲ ਜੇ ਇਸ ਐਮਰਜੈਂਸੀ ਨੂੰ ਆਪਣੀ ਪ੍ਰਵਾਨਗੀ ਦੇਣ ਦੋਵੇਂ ਹਾਊਸ ਆਪੋ ਆਪਣੇ ਤੌਰ 'ਤੇ, ਤਾਂ ਇਹ ਸੰਸਦ ਦੇ ਵੱਲੋਂ ਪ੍ਰਵਾਨ ਸਮਝੀ ਜਾਂਦੀ ਹੈ। ਜੇਕਰ ਇਹ ਪ੍ਰਵਾਨਗੀ 1 ਮਹੀਨੇ ਦੇ ਅੰਦਰ ਅੰਦਰ ਲੈਣੀ ਹੈ। ਜੇਕਰ 1 ਮਹੀਨੇ ਦੇ ਅੰਦਰ ਅੰਦਰ ਸੰਸਦ ਦੇ ਦੋਨੋਂ ਸਦਨ ਪ੍ਰਵਾਨਗੀ ਨਾ ਦੇਣ ਤਾਂ ਰਾਸ਼ਟਰਪਤੀ ਦੁਆਰਾ ਡਿਕਲੇਅਰ ਕੀਤੀ ਇਹ ਨੈਸ਼ਨਲ ਐਮਰਜੈਂਸੀ ਆਪਣੇ ਆਪ ਖਤਮ ਹੋ ਜਾਂਦੀ ਹੈ। ਪਰ ਜੇ ਇੱਕ ਹਾਊਸ ਲੋਕ ਸਭਾ ਜਿਹੜਾ ਕਿ ਭੰਗ ਹੋਣ ਯੋਗ ਹੈ ਉਸ ਸਮੇਂ ਭੰਗ ਹੋਇਆ ਹੋਵੇ ਫਿਰ ਕੀ ਹੋਵੇਗਾ? ਫਿਰ ਰਾਜ ਸਭਾ ਪ੍ਰਵਾਨਗੀ ਦੇ ਦੇਵੇਗੀ ਅਤੇ ਰਾਜ ਸਭਾ ਦੀ ਪ੍ਰਵਾਨਗੀ ਦੇ ਨਾਲ ਐਮਰਜੈਂਸੀ ਚੱਲਦੀ ਰਹੇਗੀ। ਪਰ ਜਦੋਂ ਲੋਕ ਸਭਾ ਨਵੇਂ ਸਿਰੋਂ ਜੁੜੇਗੀ ਇਲੈਕਸ਼ਨ ਤੋਂ ਬਾਅਦ ਤਾਂ ਇਹ ਆਪਣੀ ਪਹਿਲੀ ਬੈਠਕ ਹੋਣ ਤੋਂ ਬਾਅਦ 30 ਦਿਨ ਦੇ ਅੰਦਰ ਅੰਦਰ ਜੇ ਐਮਰਜੈਂਸੀ ਨੂੰ ਅਪਰੂਵ ਕਰ ਦਿੰਦੀ ਹੈ ਤਾਂ ਫਿਰ ਇਹ ਚੱਲਦੀ ਰਹੇਗੀ। ਜੇ ਨਹੀਂ ਅਪਰੂਵ ਕਰਦੀ ਤਾਂ ਇਹ 30 ਦਿਨ ਦੀ ਮਿਆਦ ਹੋਣ 'ਤੇ ਐਮਰਜੈਂਸੀ ਖਤਮ ਹੋ ਜਾਵੇਗੀ। ਇਸ ਤਰ੍ਹਾਂ ਸੰਸਦ ਦੀ ਪ੍ਰਵਾਨਗੀ 1 ਮਹੀਨੇ ਦੇ ਅੰਦਰ ਅੰਦਰ ਲੈਣੀ ਪੈਂਦੀ ਹੈ ਅਤੇ 2/3 ਮੈਜੋਰਟੀ ਦੇ ਨਾਲ ਲੈਣੀ ਪੈਂਦੀ ਹੈ। ਸੰਸਦ ਜੇ ਇਹ ਸੰਕਟ ਕਾਲ ਦੀ ਘੋਸ਼ਣਾ ਕੀਤੀ ਹੋਵੇ, ਦੋਨੇ ਸਦਨਾਂ ਦੀ ਪ੍ਰਵਾਨਗੀ ਵੀ ਮਿਲ ਜੇ ਤਾਂ ਫਿਰ ਇਹ 6 ਮਹੀਨੇ ਦੇ ਲਈ ਐਗਜ਼ਿਸਟੈਂਸ ਦੇ ਵਿੱਚ ਰਹਿੰਦੀ ਆ। ਕਿਉਂਕਿ ਪਹਿਲਾਂ ਵਿਵਸਥਾ ਸੀ ਓਰੀਜਨਲ ਸੰਵਿਧਾਨ ਦੇ ਵਿੱਚ ਰਾਸ਼ਟਰਪਤੀ ਨੇ ਡਿਕਲੇਰੇਸ਼ਨ ਕਰਤੀ ਤਾਂ ਉਹਨਾਂ ਚਿਰ ਐਮਰਜੈਂਸੀ ਰਹੇਗੀ ਜਿੰਨਾ ਚਿਰ ਰਾਸ਼ਟਰਪਤੀ ਐਮਰਜੈਂਸੀ ਨੂੰ ਚੁੱਕਣ ਦੀ ਡਿਕਲੇਰੇਸ਼ਨ ਨਹੀਂ ਕਰਦੇ। ਪਰ ਜਦੋਂ ਇਹ ਐਮਰਜੈਂਸੀ ਮਿਸਯੂਜ਼ ਹੋਈ ਇੰਦਰਾ ਗਾਂਧੀ ਦੇ ਟਾਈਮ ਤਾਂ ਫਿਰ ਜਨਤਾ ਪਾਰਟੀ ਗੌਰਮੈਂਟ ਨੇ ਆ ਕੇ ਇਹ ਸਾਰਾ ਜਿਹੜਾ ਚੈਪਟਰ ਸੀ ਇਸ ਨੂੰ ਪੁਨਰਗਠਿਤ ਕੀਤਾ। ਇਸ ਨੂੰ ਨਵੇਂ ਸਿਰਿਓਂ ਇਹਦੇ ਵਿੱਚ ਕੁਝ ਸੇਫਟੀ ਮੇਜਰਸ ਇਹਦੇ ਵਿੱਚ ਐਡ ਕੀਤੇ। ਇੱਕ ਸੇਫਟੀ ਮੇਜਰ ਇਹ ਵੀ ਐਡ ਕੀਤਾ ਕਿ ਐਮਰਜੈਂਸੀ ਜਦੋਂ ਡਿਕਲੇਅਰ ਹੋ ਗਈ ਸੰਸਦ ਦੇ ਦੋਨੇ ਹਾਊਸਿਸ ਨੇ ਪਾਸ ਕਰਤੀ, ਇਹ 6 ਮਹੀਨੇ ਦੇ ਲਈ ਐਗਜ਼ਿਸਟੈਂਸ ਦੇ ਵਿੱਚ ਰਹੇਗੀ। ਪਰ ਜ਼ਰੂਰੀ ਨਹੀਂ ਕਿ 6 ਮਹੀਨੇ ਰਹੇ। 6 ਮਹੀਨੇ ਦਾ ਸਮਾਂ ਹੋਣ ਤੋਂ ਪਹਿਲਾਂ ਵੀ ਜੇ ਸਰਕਾਰ ਨੂੰ ਲੱਗਦਾ ਹੈ ਕਿ ਹੁਣ ਜ਼ਰੂਰਤ ਨਹੀਂ ਹੈ ਤਾਂ ਸਰਕਾਰ ਰਾਸ਼ਟਰਪਤੀ ਨੂੰ ਕਹਿ ਸਕਦੀ ਹੈ, ਰਾਸ਼ਟਰਪਤੀ ਐਮਰਜੈਂਸੀ ਨੂੰ ਚੱਕ ਸਕਦੇ ਨੇ। ਜੇ 6 ਮਹੀਨੇ ਦਾ ਸਮਾਂ ਪੂਰਾ ਹੋ ਜੇ
ਪੂਰਾ ਹੋਣ ਤੋਂ ਪਹਿਲਾਂ ਸੰਸਦ ਦੇ ਦੋਵੇਂ ਸਦਨ ਸੰਕਟ ਕਾਲ ਦੀ ਘੋਸ਼ਣਾ ਨੂੰ ਜਾਰੀ ਰੱਖਣ ਦਾ ਦੁਬਾਰਾ ਫਿਰ ਮਤਾ ਪਾਸ ਕਰ ਦਿੰਦੇ ਨੇ, ਤਾਂ ਇਹ 6 ਮਹੀਨੇ ਲਈ ਹੋਰ ਵੱਧ ਜਾਂਦੀ ਹੈ। ਇਸ ਤਰ੍ਹਾਂ ਇੱਕ ਵਾਰ 'ਚ ਇਹ 6 ਮਹੀਨੇ ਲਈ ਵੱਧਦੀ ਹੈ ਹੁੰਦੀ ਹੈ, ਅਗਲੀ ਵਾਰੀ 6 ਮਹੀਨੇ ਦੇ ਲਈ ਹੋਰ ਵਧਾਈ ਜਾ ਸਕਦੀ ਹੈ, ਅਗਲੀ ਵਾਰੀ 6 ਮਹੀਨੇ ਦੇ ਲਈ ਹੋਰ ਵਧਾਈ ਜਾ ਸਕਦੀ ਹੈ। ਕਿੰਨਾ ਸਮਾਂ ਜਾਰੀ ਰੱਖਿਆ ਜਾ ਸਕਦਾ ਹੈ ਇਸ ਦੀ ਕੋਈ ਸੀਮਾ ਨਹੀਂ ਹੈ, ਕਿਉਂਕਿ ਕੋਈ ਪਤਾ ਨਹੀਂ ਕਿ ਕੋਈ ਐਮਰਜੈਂਸੀ ਕਿੰਨਾ ਲੰਬਾ ਸਮਾਂ ਚੱਲੇ। ਜੇ ਲੋਕ ਸਭਾ ਸੰਕਟ ਕਾਲ ਦੀ ਘੋਸ਼ਣਾ ਨੂੰ ਸਮਾਪਤ ਕਰਨ ਦਾ ਪ੍ਰਸਤਾਵ ਸਿੰਪਲ ਮੈਜੋਰਟੀ ਨਾਲ ਪਾਸ ਕਰ ਦੇਵੇ, ਤਾਂ ਫਿਰ ਰਾਸ਼ਟਰਪਤੀ ਨੂੰ ਇਸ ਡਿਕਲੇਰੇਸ਼ਨ ਨੂੰ ਵਾਪਸ ਲੈਣਾ ਪੈਂਦਾ ਹੈ, ਐਮਰਜੈਂਸੀ ਚੱਕਣੀ ਪੈਂਦੀ ਹੈ। ਜਦੋਂ ਪਾਸ ਕਰਨਾ ਹੈ ਐਮਰਜੈਂਸੀ ਨੂੰ, ਤਾਂ ਲੋਕ ਸਭਾ ਅਤੇ ਰਾਜ ਸਭਾ ਦੋਨੇ ਮਿਲ ਕੇ ਪਾਸ ਕਰ ਸਕਦੀਆਂ ਨੇ, ਅਤੇ ਉਹ ਵੀ ਆਪੋ ਆਪਣੀ 2/3 ਮੈਜੋਰਟੀ ਦੇ ਨਾਲ, ਸਪੈਸ਼ਲ ਮੈਜੋਰਟੀ ਦੇ ਨਾਲ। ਜੇ ਸਮਾਪਤ ਕਰਨ ਦਾ ਇਰਾਦਾ ਹੈ ਤਾਂ ਲੋਕ ਸਭਾ ਇਕੱਲੀ ਵੀ ਸਮਾਪਤ ਕਰਵਾ ਸਕਦੀ ਹੈ, ਉਹ ਵੀ ਸਿੰਪਲ ਮੈਜੋਰਟੀ ਦੇ ਨਾਲ। ਸਿੰਪਲ ਮੈਜੋਰਟੀ ਦਾ ਭਾਵ ਹੈ ਜੇ ਸਾਰੇ ਮੈਂਬਰ ਵੋਟ ਪਾ ਰਹੇ ਹੋਣ 543, ਤਾਂ 272 ਮੈਂਬਰ ਵੀ ਜੇ ਸਮਾਪਤੀ ਦੇ ਹੱਕ ਦੇ ਵਿੱਚ ਹੋਣ, ਤਾਂ ਫਿਰ ਰਾਸ਼ਟਰਪਤੀ ਨੂੰ ਸਮਾਪਤੀ ਦਾ ਐਲਾਨ ਕਰਨਾ ਪਵੇਗਾ। ਸੰਕਟ ਕਾਲ ਦੀ ਘੋਸ਼ਣਾ ਹੈ ਜਿਹੜੀ, ਇਹ ਨਿਆਂਯੋਗ ਹੈ, ਭਾਵ ਇਸ ਨੂੰ ਕੋਰਟ ਦੇ ਵਿੱਚ ਚੈਲੰਜ ਕੀਤਾ ਜਾ ਸਕਦਾ ਹੈ। ਜਿਹੜਾ ਓਰੀਜਨਲ ਸੰਵਿਧਾਨ ਸਾਡਾ ਲਾਗੂ ਹੋਇਆ ਸੀ, ਉਸ ਸਮੇਂ ਇਸ ਦੀ ਨਿਆਂਯੋਗਤਾ ਸੰਬੰਧੀ ਸੰਵਿਧਾਨ ਦੇ ਵਿੱਚ ਕੋਈ ਵੀ ਵਿਵਸਥਾ ਨਹੀਂ ਸੀ। ਨਾ ਤਾਂ ਇਹ ਲਿਖਿਆ ਹੋਇਆ ਸੀ ਕਿ ਚੈਲੰਜ ਨਹੀਂ ਕੀਤਾ ਜਾ ਸਕਦਾ, ਨਾ ਇਹ ਲਿਖਿਆ ਗਿਆ ਸੀ ਕਿ ਚੈਲੰਜ ਕੀਤਾ ਜਾ ਸਕਦਾ ਹੈ। ਫਿਰ ਜਦੋਂ ਇੰਦਰਾ ਗਾਂਧੀ ਜੀ ਨੇ ਐਮਰਜੈਂਸੀ ਲਾਉਣੀ ਸੀ, ਤਾਂ ਉਸ ਤੋਂ ਪਹਿਲਾਂ ਉਹਨਾਂ ਨੇ ਹੋਮਵਰਕ ਕੀਤਾ, ਬਹੁਤ ਸਾਰੀਆਂ ਸੰਵਿਧਾਨਕ ਸੋਧਾਂ ਕੀਤੀਆਂ, ਕਾਨੂੰਨਾਂ ਦੇ ਵਿੱਚ ਸੋਧਾਂ ਕੀਤੀਆਂ, ਤਾਂ ਕਿ ਉਹਨਾਂ ਦੀ ਪਾਵਰ ਨੂੰ ਕੋਈ ਚੈਲੰਜ ਨਾ ਕਰ ਸਕੇ। ਉਹਨਾਂ ਨੇ 38ਵੀਂ ਸੰਵਿਧਾਨਕ ਸੋਧ ਕੀਤੀ 1975 ਦੇ ਵਿੱਚ। ਇਸ ਸੋਧ ਦੇ ਨਾਲ ਇਹ ਵਿਵਸਥਾ ਕੀਤੀ ਕਿ ਰਾਸ਼ਟਰਪਤੀ ਨੇ ਜੇ ਇਹ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਹੋਵੇ, ਸਰਕਾਰ ਨੇ ਰਾਸ਼ਟਰਪਤੀ ਤੋਂ ਇਹ ਐਮਰਜੈਂਸੀ ਡਿਕਲੇਅਰ ਕਰਵਾ ਦਿੱਤੀ ਗਈ ਹੋਵੇ, ਤਾਂ ਇਸ ਨੂੰ ਕਿਤੇ ਵੀ ਕੋਈ ਸੁਣਵਾਈ ਨਹੀਂ ਕੀਤੀ ਜਾ ਸਕਦੀ। ਕੋਈ ਅਦਾਲਤ ਇਸ ਦੇ ਮੁਕੱਦਮੇ ਦੀ ਸੁਣਵਾਈ ਨਹੀਂ ਕਰ ਸਕਦੀ। ਫਿਰ ਐਮਰਜੈਂਸੀ ਚੱਕੀ ਇੰਦਰਾ ਗਾਂਧੀ ਨੇ, ਇਲੈਕਸ਼ਨਸ ਕਰਵਾਈਆਂ ਲੋਕ ਸਭਾ ਦੀਆਂ। ਲੋਕਾਂ ਨੂੰ ਗੁੱਸਾ ਸੀ, ਲੋਕਾਂ ਨੇ ਇੰਦਰਾ ਗਾਂਧੀ ਨੂੰ, ਕਾਂਗਰਸ ਨੂੰ ਹਰਾ ਕੇ ਬਾਕੀ ਪਾਰਟੀਆਂ ਦੀ ਜਿਹੜੀ ਮਿਲੀ ਜੁਲੀ ਪਾਰਟੀ ਸੀ ਜਨਤਾ ਪਾਰਟੀ, ਉਸ ਦੀ ਸਰਕਾਰ ਬਣਾਈ। 1978 ਦੇ ਵਿੱਚ ਜਨਤਾ ਪਾਰਟੀ ਦੀ ਸਰਕਾਰ ਨੇ ਸੰਵਿਧਾਨਕ ਸੋਧ ਕੀਤੀ, ਅਤੇ ਫਿਰ ਜਿਹੜੀ ਇਹ ਲਾਈਨ ਜੋੜੀ ਸੀ 38th ਅਮੈਂਡਮੈਂਟ ਨੇ ਕਿ ਇਸ ਨੂੰ ਚੈਲੰਜ ਨਹੀਂ ਕੀਤਾ ਜਾ ਸਕਦਾ, ਉਸ ਲਾਈਨ ਨੂੰ ਖਤਮ ਕਰ ਦਿੱਤਾ, ਡਿਲੀਟ ਕਰ ਦਿੱਤਾ ਸਾਡੇ ਸੰਵਿਧਾਨ 'ਚੋਂ, ਰਿਪੀਲ ਕਰ ਦਿੱਤਾ ਜਨਤਾ ਪਾਰਟੀ ਗੌਰਮੈਂਟ ਨੇ 44th ਅਮੈਂਡਮੈਂਟ ਦੇ ਨਾਲ। ਇਸ ਦਾ ਅਰਥ ਇਹ ਨਿਕਲਿਆ ਫਿਰ ਕਿ ਹੁਣ ਜਿਹੜੀ ਇਹ ਐਮਰਜੈਂਸੀ ਦੀ ਡਿਕਲੇਰੇਸ਼ਨ ਆ, ਇਟ ਕੈਨ ਬੀ ਚੈਲੰਜਡ ਇਨ ਏ ਕੋਰਟ। ਇਸ ਨੂੰ ਹੁਣ ਚੈਲੰਜ ਕੀਤਾ ਜਾ ਸਕਦਾ ਹੈ, ਅਤੇ ਸਾਡੀ ਜਿਹੜੀ ਮਾਨਯੋਗ ਸੁਪਰੀਮ ਕੋਰਟ ਹੈ, ਇਸ ਨੇ ਵੀ ਇਸ ਤੱਥ ਦੀ ਪੁਸ਼ਟੀ ਇੱਕ ਕੇਸ ਦੇ ਵਿੱਚ ਕੀਤੀ ਹੈ, ਮਿਨਰਵਾ ਮਿਲ ਬਨਾਮ ਭਾਰਤੀ ਸੰਘ ਦੇ ਵਿੱਚ, ਕਿ ਜਿਹੜੀ ਐਮਰਜੈਂਸੀ ਦੀ ਡਿਕਲੇਰੇਸ਼ਨ ਹੈ, ਇਸ ਨੂੰ ਚੈਲੰਜ ਕੀਤਾ ਜਾ ਸਕਦਾ ਹੈ। ਇਸ ਲਈ ਹੁਣ ਪੁਰਾਣੀ ਵਿਵਸਥਾ ਸੀ ਜਿਹੜੀ, ਉਹੀ ਬਹਾਲ ਹੋ ਗਈ ਹੈ। ਇਸ ਐਮਰਜੈਂਸੀ ਦੇ ਪ੍ਰਭਾਵ ਕੀ ਪੈਂਦੇ ਨੇ? ਇੱਕ ਤਾਂ ਇਸ ਦਾ ਪ੍ਰਭਾਵ ਪੈਂਦਾ ਹੈ ਰਾਜਾਂ ਨੂੰ ਸੈਂਟਰ ਸਰਕਾਰ ਕਿਸੇ ਵੀ ਵਿਸ਼ੇ ਸੰਬੰਧੀ ਨਿਰਦੇਸ਼ ਦੇ ਸਕਦੀ ਹੈ। ਪਹਿਲਾਂ ਕੁਝ ਵਿਸ਼ਿਆਂ ਸੰਬੰਧੀ ਤਾਂ ਰੂਟੀਨ ਦੇ ਵਿੱਚ ਨਿਰਦੇਸ਼ ਦੇ ਸਕਦੀ ਹੈ, ਜਿਵੇਂ ਇਹ ਨਿਰਦੇਸ਼ ਦੇ ਸਕਦੀ ਹੈ ਆਰਟੀਕਲ 256 ਦੇ ਤਹਿਤ ਕਿ ਤੁਸੀਂ ਆਪਣੀ ਐਗਜ਼ੀਕਿਊਟਿਵ ਪਾਵਰ ਇਸ ਤਰ੍ਹਾਂ ਵਰਤਣੀ ਹੈ ਕਿ ਕਿਸੇ ਪਾਰਲੀਮੈਂਟਰੀ ਐਕਟ ਦੀ ਉਲੰਘਣਾ ਨਾ ਹੋਵੇ। 257 ਦੇ ਤਹਿਤ ਇਹ ਨਿਰਦੇਸ਼ ਦੇ ਸਕਦੀ ਹੈ ਕਿ ਤੁਸੀਂ ਆਪਣੀ ਐਗਜ਼ੀਕਿਊਟਿਵ ਪਾਵਰ ਦੀ ਵਰਤੋਂ ਇਸ ਤਰ੍ਹਾਂ ਕਰਨੀ ਹੈ ਕਿ ਸਾਡੀ ਜਿਹੜੀ ਯੂਨੀਅਨ ਗੌਰਮੈਂਟ ਹੈ, ਉਸ ਦੀ ਐਗਜ਼ੀਕਿਊਟਿਵ ਪਾਵਰ ਦੀ ਵਰਤੋਂ ਦੇ ਰਸਤੇ 'ਚ ਤੁਸੀਂ ਰੁਕਾਵਟ ਨਾ ਬਣੋ। ਹੋਰ ਵੀ ਕਈ ਤਰ੍ਹਾਂ ਦੇ ਨਿਰਦੇਸ਼ ਦੇ ਸਕਦੀ ਹੈ, ਪਰ ਉਹ ਸਪੈਸੀਫਾਈਡ ਨੇ ਸੰਵਿਧਾਨ ਦੇ ਵਿੱਚ। ਪਰ ਜਦੋਂ ਐਮਰਜੈਂਸੀ ਲੱਗੀ ਹੋਵੇ ਤਾਂ ਯੂਨੀਅਨ ਗੌਰਮੈਂਟ ਰਾਜ ਸਰਕਾਰਾਂ ਨੂੰ ਕਿਸੇ ਵੀ ਮਾਮਲੇ 'ਚ ਨਿਰਦੇਸ਼ ਦੇ ਸਕਦੀ ਹੈ, ਅਤੇ ਰਾਜ ਦੇ ਲਈ ਉਹ ਨਿਰਦੇਸ਼ ਮੰਨਣਾ ਜ਼ਰੂਰੀ ਹੁੰਦਾ ਹੈ। ਦੂਸਰਾ ਹੈ ਮਾਲੀਏ ਦੀ ਵੰਡ ਹੈ, ਜਿਹੜੀ ਰਿਵਾਈਜ਼ ਕੀਤੀ ਜਾ ਸਕਦੀ ਹੈ। ਸਾਡੇ ਜਿਹੜੇ ਬਹੁਤੇ ਵੱਡੇ ਟੈਕਸ ਨੇ, ਹੈਵੀ ਟੈਕਸਿਸ ਨੇ, ਉਹ ਯੂਨੀਅਨ ਗੌਰਮੈਂਟ ਦੇ ਖਾਤੇ 'ਚ ਜਾਂਦੇ ਨੇ ਪਹਿਲਾਂ। ਫਿਰ ਸੰਵਿਧਾਨ ਦੇ ਵਿੱਚ ਕੁਝ ਵਿਵਸਥਾਵਾਂ ਨੇ, ਉਹਨਾਂ ਟੈਕਸਾਂ ਦੇ ਵਿੱਚੋਂ ਕੁਝ ਪੈਸਾ ਰਾਜਾਂ ਕੋਲ ਵਾਪਸ ਆਉਂਦਾ, ਕਿਉਂਕਿ ਸਾਰਾ ਪੈਸਾ ਸੈਂਟਰ ਇਕੱਠਾ ਕਰਕੇ ਇੱਕ ਵਾਰੀ ਲੈ ਜਾਂਦਾ। ਬਹੁਤੇ ਵੱਡੇ ਟੈਕਸ ਨੇ ਜਿਹੜੇ, ਇਨਕਮ ਟੈਕਸ, ਕਾਰਪੋਰੇਸ਼ਨ ਟੈਕਸ, ਐਕਸਾਈਜ਼ ਡਿਊਟੀ, ਆਪਣਾ ਇੰਪੋਰਟ ਐਕਸਪੋਰਟ, ਇਹ ਸਾਰੇ ਯੂਨੀਅਨ ਗੌਰਮੈਂਟ ਦੇ ਖਾਤੇ 'ਚ ਆਉਂਦੇ ਨੇ। ਪਰ ਸੰਵਿਧਾਨਕ ਵਿਵਸਥਾਵਾਂ ਨੇ ਕੁਝ ਪੈਸਾ ਰਾਜਾਂ ਕੋਲ ਵਾਪਸ ਆਉਂਦਾ ਹੈ। ਪਰ ਜਦੋਂ ਐਮਰਜੈਂਸੀ ਲੱਗੀ ਹੋਈ ਹੋਵੇ ਤਾਂ ਮਾਲੀਏ ਦੀ ਵੰਡ ਹੈ ਜਿਹੜੀ, ਉਸ ਨੂੰ ਰਿਵਾਈਜ਼ ਕੀਤਾ ਜਾ ਸਕਦਾ ਹੈ ਉਸ ਪੀਰੀਅਡ ਦੇ ਲਈ, ਅਤੇ ਜਿਹੜਾ ਉਹ ਪੈਸਾ ਵਾਪਸ ਆਉਂਦਾ ਹੈ ਰਾਜਾਂ ਕੋਲ, ਉਸ 'ਤੇ ਕਟੌਤੀ ਕੀਤੀ ਜਾ ਸਕਦੀ ਹੈ ਜਾਂ ਬੰਦ ਵੀ ਕੀਤਾ ਜਾ ਸਕਦਾ ਹੈ।
ਤੇ ਤੀਸਰੀ ਪ੍ਰਭਾਵ ਪੈਂਦਾ ਹੈ ਸੰਸਦ ਰਾਜ ਸੂਚੀ ਤੇ ਕਿਸੇ ਵੀ ਵਿਸ਼ੇ ਤੇ ਕਾਨੂੰਨ ਬਣਾ ਸਕਦੀ ਹੈ। 3 ਲਿਸਟਾਂ ਨੇ ਸਾਡੇ ਸੰਵਿਧਾਨ ਦੇ ਵਿੱਚ। ਸੰਸਦ ਯੂਨੀਅਨ ਲਿਸਟ ਤੇ ਕਾਨੂੰਨ ਬਣਾ ਸਕਦੀ ਹੈ, ਰਾਜ ਸਟੇਟ ਲਿਸਟ ਤੇ ਕਾਨੂੰਨ ਬਣਾ ਸਕਦੇ ਹਨ, ਕੌਨਕਰੈਂਟ ਲਿਸਟ ਤੇ ਦੋਨੇ ਬਣਾ ਸਕਦੇ ਹਨ। ਰੂਟੀਨ ਦੇ ਵਿੱਚ ਸਟੇਟ ਲਿਸਟ ਤੇ ਸੰਸਦ ਕਾਨੂੰਨ ਨਹੀਂ ਬਣਾ ਸਕਦੀ, ਬਟ ਐਮਰਜੈਂਸੀ ਦੇ ਦੌਰਾਨ ਸਟੇਟ ਲਿਸਟ ਦੇ ਕਿਸੇ ਵੀ ਵਿਸ਼ੇ ਤੇ ਸੰਸਦ ਕਾਨੂੰਨ ਬਣਾ ਸਕਦੀ ਹੈ। ਤੇ ਚੌਥੀ ਜਿਹੜੀ ਆਮ ਲੋਕਾਂ ਨਾਲ ਸੰਬੰਧਿਤ ਵਿਵਸਥਾ ਹੈ ਉਹ ਹੈ ਮੌਲਿਕ ਅਧਿਕਾਰ ਨੇ ਜਿਹੜੇ ਉਹ ਸਸਪੈਂਡ ਹੋ ਜਾਂਦੇ ਨੇ, ਮੁਅੱਤਲ ਹੋ ਜਾਂਦੇ ਨੇ। ਸਾਡੇ ਸੰਵਿਧਾਨ ਦੇ ਤੀਸਰੇ ਭਾਗ ਦੇ ਵਿੱਚ ਸਾਡੇ ਲਈ ਬਹੁਤ ਇੰਪੋਰਟੈਂਟ ਵਿਵਸਥਾਵਾਂ ਕੀਤੀਆਂ ਗਈਆਂ ਨੇ, ਸਾਨੂੰ ਮੌਲਿਕ ਅਧਿਕਾਰ ਦਿੱਤੇ ਗਏ ਨੇ। ਤੇ ਇਹ ਜਿਹੜੇ ਮੌਲਿਕ ਅਧਿਕਾਰ ਨੇ ਐਮਰਜੈਂਸੀ ਦੇ ਦੌਰਾਨ ਅਸੀਂ ਉਹ ਵੀ ਨਹੀਂ ਵਰਤ ਸਕਦੇ। ਮੁਅੱਤਲੀ ਦੇ ਪਰਪਸ ਦੇ ਲਈ ਮੌਲਿਕ ਅਧਿਕਾਰਾਂ ਨੂੰ 3 ਹਿੱਸਿਆਂ ਦੇ ਵਿੱਚ ਸੰਵਿਧਾਨ ਨੇ ਵੰਡਿਆ ਹੈ। ਆਰਟੀਕਲ 19 ਦੇ ਵਿੱਚ 6 ਸੁਤੰਤਰਤਾਵਾਂ ਨੇ ਸਾਡੀਆਂ, ਜਿਵੇਂ ਘੁੰਮਣ ਫਿਰਨ, ਵਿਚਾਰ ਪ੍ਰਗਟ ਕਰਨ, ਸੰਘ ਜਾਂ ਸੰਸਥਾ ਬਣਾਉਣ ਦਾ ਅਧਿਕਾਰ। ਇਹ 6 ਸੁਤੰਤਰਤਾਵਾਂ ਜਿਹੜੀਆਂ ਆਪਣੇ ਆਪ ਹੀ ਸਸਪੈਂਡ ਹੋ ਜਾਂਦੀਆਂ ਨੇ ਜਦੋਂ ਰਾਸ਼ਟਰਪਤੀ ਨੇ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਹੋਵੇ। ਜਿਹੜੇ ਬਾਕੀ ਦੇ ਅਧਿਕਾਰ ਨੇ 14, 15, 16, 17, 18, 21A, 22, 23 ਐਟਸਟਰਾ ਅਪ ਟੂ 32, ਇਹਨਾਂ ਚੋਂ ਕਿਸੇ ਵੀ ਆਰਟੀਕਲ ਨੂੰ ਰਾਸ਼ਟਰਪਤੀ ਆਦੇਸ਼ ਜਾਰੀ ਕਰਕੇ ਸਸਪੈਂਡ ਕਰ ਸਕਦਾ ਹੈ। ਉਹ ਕਹਿ ਸਕਦਾ ਹੈ ਕਿ ਇਸ ਨੂੰ ਸਸਪੈਂਡ ਕੀਤਾ ਹੈ, ਇਸ ਨੂੰ ਸਸਪੈਂਡ ਕੀਤਾ ਹੈ, ਬਾਈ ਆਰਡਰ ਸਸਪੈਂਡ ਕੀਤਾ ਜਾ ਸਕਦਾ ਹੈ। ਆਰਟੀਕਲ 19 ਵਾਲੇ ਆਪਣੇ ਆਪ ਹੀ ਆਟੋ ਸਸਪੈਂਸ਼ਨ ਤੇ ਚਲੇ ਜਾਂਦੇ ਹਨ। ਪਰ ਫਿਰ 44ਵੀਂ ਸੰਵਿਧਾਨਕ ਸੋਧ ਨੇ ਕਈ ਵਿਵਸਥਾ ਕੀਤੀ ਸੀ, ਜਿਹੜੀ ਜਨਤਾ ਪਾਰਟੀ ਗਵਰਨਮੈਂਟ ਨੇ ਕੀਤੀ ਸੀ, ਕਿ 2 ਅਧਿਕਾਰ ਕਦੇ ਵੀ ਸਸਪੈਂਡ ਨਹੀਂ ਕੀਤੇ ਜਾ ਸਕਦੇ। ਆਰਟੀਕਲ 20 ਤੇ 21 ਵਾਲੇ 20 ਦੇ ਵਿੱਚ ਹੈ ਕਿ ਮਨਮਰਜ਼ੀ ਨਾਲ ਕਾਨੂੰਨ ਤੋੜੇ ਬਿਨਾਂ ਕਿਸੇ ਨੂੰ ਅਰੈਸਟ ਨਹੀਂ ਕੀਤਾ ਜਾ ਸਕਦਾ, ਤੇ 21 ਦੇ ਵਿੱਚ ਸਭ ਤੋਂ ਇੰਪੋਰਟੈਂਟ ਰਾਈਟ ਹੈ ਸਾਡਾ ਰਾਈਟ ਟੂ ਲਾਈਫ ਐਂਡ ਪਰਸਨਲ ਲਿਬਰਟੀ, ਰਾਈਟ ਟੂ ਲਾਈਫ ਐਂਡ ਪਰਸਨਲ ਲਿਬਰਟੀ। ਇਹ 2 ਅਧਿਕਾਰ ਨੇ ਜਿਹੜੇ ਉਹ ਕਦੇ ਵੀ ਸਸਪੈਂਡ ਨਹੀਂ ਕੀਤੇ ਜਾ ਸਕਦੇ। ਸੰਕਟ ਕਾਲ ਦੀ ਘੋਸ਼ਣਾ ਦੇ ਇਹ ਮੁੱਖ ਪ੍ਰਭਾਵ ਨੇ। ਰਾਜਾਂ ਦੀਆਂ ਜਿਹੜੀਆਂ ਪਾਵਰਸ ਨੇ ਸੈਂਟਰ ਕੋਲ ਚਲੀਆਂ ਜਾਂਦੀਆਂ ਨੇ। ਜੇ 2 ਸਰਕਾਰਾਂ ਦੀ ਗੱਲ ਕਰੀਏ, ਸੈਂਟਰ ਸਰਕਾਰ ਵਰਸਸ ਆਮ ਲੋਕਾਂ ਦੀ ਗੱਲ ਕਰੀਏ, ਆਮ ਲੋਕਾਂ ਦੀਆਂ ਜਿਹੜੀਆਂ ਅਧਿਕਾਰ ਸੁਤੰਤਰਤਾਵਾਂ ਨੇ ਉਹ ਸਸਪੈਂਡ ਹੋ ਜਾਂਦੀਆਂ ਨੇ। ਇਹਨਾਂ 2 ਅਧਿਕਾਰਾਂ ਤੋਂ ਬਿਨਾਂ ਸੈਂਟਰ ਸਰਕਾਰ ਦੀਆਂ ਪਾਵਰਸ ਨੇ ਜਿਹੜੀਆਂ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਜਾਂਦਾ ਹੈ। ਇਹ ਸੀ ਸਾਡਾ ਉਹ ਸੰਕਟ ਕਾਲ ਜਿਹੜਾ ਜਿਸ ਨੂੰ ਅਸੀਂ ਰਾਸ਼ਟਰੀ ਸੰਕਟ ਕਾਲ ਕਹਿੰਦੇ ਹਾਂ। ਦੂਸਰੇ ਨੰਬਰ 'ਤੇ ਹੈ ਸਾਡਾ ਸੰਕਟ ਕਾਲ ਆਰਟੀਕਲ 356 ਦੇ ਵਿੱਚ ਇਸ ਦੀ ਵਿਵਸਥਾ ਹੈ ਕਿ ਕਿਸੇ ਰਾਜ ਦੇ ਵਿੱਚ ਸੰਵਿਧਾਨਕ ਮਸ਼ੀਨਰੀ ਜੇ ਫੇਲ ਹੋ ਗਈ ਹੋਵੇ ਤਾਂ ਉੱਥੇ ਸੰਵਿਧਾਨਕ ਸੰਕਟ ਕਾਲ ਐਲਾਨ ਕੀਤਾ ਜਾ ਸਕਦਾ ਹੈ। ਆਮ ਬੋਲ ਚਾਲ ਦੇ ਵਿੱਚ ਅਸੀਂ ਇਸ ਨੂੰ ਰਾਸ਼ਟਰਪਤੀ ਰਾਜ ਲਾਗੂ ਕੀਤੇ ਜਾਣਾ ਕਹਿ ਦਿੰਦੇ ਹਾਂ। ਆਰਟੀਕਲ 356 ਦੇ ਵਿੱਚ ਇਸ ਦੀ ਵਿਵਸਥਾ ਕੀਤੀ ਗਈ ਹੈ। ਇਸ ਲਿਖਿਆ ਕਿ ਜੇਕਰ ਰਾਸ਼ਟਰਪਤੀ ਨੂੰ ਰਾਜਪਾਲ ਦੁਆਰਾ ਭੇਜੀ ਰਿਪੋਰਟ ਦੇ ਆਧਾਰ ਤੇ ਜਾਂ ਕਿਸੇ ਹੋਰ ਸਾਧਨ ਤੋਂ ਮਿਲੀ ਜਾਣਕਾਰੀ ਦੇ ਆਧਾਰ ਤੇ ਇਹ ਵਿਸ਼ਵਾਸ ਹੋ ਜਾਵੇ ਕਿ ਕਿਸੇ ਸਟੇਟ ਦੇ ਵਿੱਚ ਐਸੀ ਸਥਿਤੀ ਪੈਦਾ ਹੋ ਗਈ ਹੈ ਕਿ ਹੁਣ ਇੱਥੋਂ ਦਾ ਜਿਹੜਾ ਸ਼ਾਸਨ ਪ੍ਰਬੰਧ ਹੈ ਉਹ ਸੰਵਿਧਾਨ ਦੇ ਅਨੁਸਾਰ ਨਹੀਂ ਚਲਾਇਆ ਜਾ ਰਿਹਾ, ਸਰਕਾਰ ਮਨਮਰਜ਼ੀਆਂ ਕਰ ਰਹੀ ਹੈ ਰਾਜ ਦੀ, ਤਾਂ ਫਿਰ ਉਹ ਉਸ ਰਾਜ ਦੇ ਵਿੱਚ ਆਰਟੀਕਲ 356 ਇੰਪੋਜ਼ ਕਰ ਸਕਦਾ ਹੈ, ਸੰਵਿਧਾਨਕ ਸੰਕਟ ਕਾਲ ਇੰਪੋਜ਼ ਕਰ ਸਕਦਾ ਹੈ, ਰਾਸ਼ਟਰਪਤੀ ਰਾਜ ਇੰਪੋਜ਼ ਕਰ ਸਕਦਾ ਹੈ। ਹੁਣ ਤੱਕ ਇਹ ਬਹੁਤ ਵਾਰੀ ਵਰਤਿਆ ਜਾ ਚੁੱਕਿਆ ਹੈ। 125 ਤੋਂ ਵੱਧ ਵਾਰੀ ਇਹ ਵੱਖੋ ਵੱਖਰੀਆਂ ਸਟੇਟਸ ਦੇ ਵਿੱਚ ਇੰਪੋਜ਼ ਕੀਤਾ ਜਾ ਚੁੱਕਿਆ ਹੈ। ਤੇ ਇਹ ਜਿਹੜਾ ਆਰਟੀਕਲ 356 ਹੈ ਸਾਡੇ ਸੰਵਿਧਾਨ ਦਾ ਸਭ ਤੋਂ ਬਦਨਾਮ ਜਿਹੜੇ ਆਰਟੀਕਲਸ ਨੇ ਉਹਨਾਂ 'ਚੋਂ ਇੱਕ ਹੈ। ਇਹਦੇ ਬਾਰੇ ਕਿਹਾ ਜਾਂਦਾ ਹੈ ਕਿ ਇਸ ਦੀ ਕਦੇ ਵਰਤੋਂ ਨਹੀਂ ਹੋਈ, ਇਹਦੀ ਹਮੇਸ਼ਾ ਕੁਵਰਤੋਂ ਹੀ ਹੋਈ ਹੈ। ਭਾਵ ਕਿਸੇ ਰਾਜ ਦੀ ਸਰਕਾਰ ਨੂੰ ਉਦੋਂ ਹੀ ਤੋੜਿਆ ਜਾਂਦਾ ਜਦੋਂ ਉਹ ਸੈਂਟਰ ਦੀ ਸਰਕਾਰ ਤੋਂ ਕਿਸੇ ਵਿਰੋਧੀ ਪਾਰਟੀ ਦੀ ਸਰਕਾਰ ਹੋਵੇ। ਜਿਸ ਪਾਰਟੀ ਦੀ ਸਰਕਾਰ ਸੈਂਟਰ ਦੇ ਵਿੱਚ ਹੈ, ਜੇ ਉਸੇ ਹੀ ਪਾਰਟੀ ਦੀ ਸਰਕਾਰ ਕਿਸੇ ਰਾਜ ਦੇ ਵਿੱਚ ਹੋਵੇ ਤਾਂ ਉੱਥੇ ਜਿੰਨਾ ਮਰਜ਼ੀ ਦੰਗੇ ਫਸਾਦ ਹੋਈ ਜਾਣ ਕਦੇ ਵੀ ਸਰਕਾਰ ਨਹੀਂ ਤੋੜੀ ਗਈ, ਕਦੇ ਵੀ ਪ੍ਰੈਜ਼ੀਡੈਂਸ਼ੀਅਲ ਰੂਲ ਨਹੀਂ ਲਾਗੂ ਕੀਤਾ ਗਿਆ। ਇਸ ਘੋਸ਼ਣਾ ਦਾ ਆਧਾਰ ਕੀ ਹੈ? ਜਿਹੜਾ ਇਹ ਐਮਰਜੈਂਸੀ ਪ੍ਰੋਵੀਜ਼ਨ ਵਾਲਾ ਚੈਪਟਰ ਹੈ, ਭਾਗ ਹੈ ਸੰਵਿਧਾਨ ਦਾ, ਇਹਦੇ ਆਰਟੀਕਲ 355 ਦੇ ਵਿੱਚ ਯੂਨੀਅਨ ਗਵਰਨਮੈਂਟ ਦੀ ਰਿਸਪੌਂਸਿਬਿਲਿਟੀ ਫਿਕਸ ਕੀਤੀ ਗਈ ਹੈ ਕਿ ਰਾਜਾਂ ਨੂੰ ਬਾਹਰੀ ਹਮਲੇ ਤੋਂ ਅਤੇ ਅੰਦਰੂਨੀ ਗੜਬੜ ਤੋਂ ਬਚਾਉਣਾ ਸੈਂਟਰ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ। ਤੇ ਇਹ ਵੀ ਜ਼ਿੰਮੇਵਾਰੀ ਹੈ ਕਿ ਹਰ ਰਾਜ ਦਾ ਸ਼ਾਸਨ ਪ੍ਰਬੰਧ ਸੰਵਿਧਾਨਕ ਵਿਵਸਥਾਵਾਂ ਦੇ ਅਨੁਸਾਰ ਚੱਲੇ। ਇਸ ਲਈ ਇਹਨਾਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਦੇ ਲਈ ਕੇਂਦਰ ਸਰਕਾਰ ਨੂੰ ਜਦੋਂ ਲੱਗੇ ਕਿ ਇਹ ਕੋਈ ਐਸੀ ਸਥਿਤੀ ਆ ਗਈ ਕਿ ਇਹਨਾਂ ਜ਼ਿੰਮੇਵਾਰੀਆਂ ਨੂੰ ਪੂਰੀ ਕਰਨ ਦੇ ਲਈ
ਕਿਸੇ ਰਾਜ ਦਾ ਰਾਜ ਪ੍ਰਬੰਧ ਆਪਣੇ ਹੱਥ ਦੇ ਵਿੱਚ ਲੈਣ ਦੀ ਜ਼ਰੂਰਤ ਹੈ ਤਾਂ ਉਹ ਰਾਸ਼ਟਰਪਤੀ ਰਾਜ ਲਾਗੂ ਕਰ ਸਕਦੀ ਹੈ। ਇਸ ਸੰਬੰਧੀ ਰਾਸ਼ਟਰਪਤੀ ਦੀ ਰਾਏ ਜਾਂ ਤਾਂ ਰਾਜਪਾਲ, ਕਿਉਂਕਿ ਹਰ ਰਾਜ ਦੇ ਵਿੱਚ ਰਾਜਪਾਲ ਹੁੰਦਾ, ਜਿਹੜਾ ਅਸੀਂ ਕਹਿ ਸਕਦੇ ਹਾਂ ਯੂਨੀਅਨ ਗਵਰਨਮੈਂਟ ਦਾ ਇੱਕ ਏਜੰਟ ਹੁੰਦਾ, ਉਸੇ ਦੁਆਰਾ ਭੇਜੀ ਰਿਪੋਰਟ ਦੇ ਆਧਾਰ ਤੇ ਫੈਸਲਾ ਕਰ ਸਕਦਾ ਹੈ, ਜਾਂ ਕਿਸੇ ਹੋਰ ਆਧਾਰ ਤੇ ਜੇ ਰਾਜਪਾਲ ਨੇ ਰਿਪੋਰਟ ਨਾ ਵੀ ਭੇਜੀ ਹੋਵੇ, ਉਸ ਨੂੰ ਟੀਵੀ ਚੈਨਲ ਤੋਂ ਵੀ ਪਤਾ ਲੱਗੇ ਕਿ ਸੰਵਿਧਾਨਕ ਮਸ਼ੀਨਰੀ ਫੇਲ ਹੋ ਗਈ, ਤਾਂ ਵੀ ਰਾਸ਼ਟਰਪਤੀ ਇਹ ਡਿਕਲੇਰੇਸ਼ਨ ਕਰ ਸਕਦਾ ਹੈ। ਇਸ ਤੋਂ ਬਿਨਾਂ ਸੰਵਿਧਾਨ ਦੇ ਵੱਖੋ ਵੱਖਰੇ ਆਰਟੀਕਲਸ ਦੇ ਤਹਿਤ ਯੂਨੀਅਨ ਗਵਰਨਮੈਂਟ ਦੇ ਕੋਲ ਪਾਵਰ ਹੈ ਕਿ ਉਹ ਰਾਜ ਸਰਕਾਰਾਂ ਨੂੰ ਡਾਇਰੈਕਸ਼ਨ ਦੇ ਸਕਦੀ ਹੈ, ਨਿਰਦੇਸ਼ ਦੇ ਸਕਦੀ ਹੈ, ਜਿਵੇਂ ਆਰਟੀਕਲ 256, 257 ਤੇ ਹੋਰ ਕਈ ਸਾਰੇ ਆਰਟੀਕਲ ਨੇ। ਜੇ ਯੂਨੀਅਨ ਗਵਰਨਮੈਂਟ ਨੇ ਕਿਸੇ ਰਾਜ ਨੂੰ ਕੋਈ ਨਿਰਦੇਸ਼ ਦਿੱਤਾ ਹੈ, ਡਾਇਰੈਕਸ਼ਨ ਦਿੱਤੀ ਹੈ ਤੇ ਰਾਜ ਸਰਕਾਰ ਨੇ ਉਸ ਨੂੰ ਅੱਖੋਂ ਪਰੋਖ ਕੀਤਾ ਹੈ, ਤਾਂ ਸਾਡੇ ਫਿਰ ਆਰਟੀਕਲ 365 ਦੇ ਵਿੱਚ ਇਹ ਵਿਵਸਥਾ ਹੈ ਕਿ ਇਸ ਦਾ ਮਤਲਬ ਇਹ ਹੈ ਕਿ ਰਾਜ ਦੀ ਸੰਵਿਧਾਨਕ ਮਸ਼ੀਨਰੀ ਫੇਲ ਹੋ ਗਈ ਹੈ। ਜਦੋਂ ਸੰਵਿਧਾਨਕ ਮਸ਼ੀਨਰੀ ਫੇਲ ਹੋ ਗਈ ਹੈ, ਉਸ ਦਾ ਇਲਾਜ ਹੈ ਆਰਟੀਕਲ 356 ਦੇ ਵਿੱਚ। ਤੇ ਇਹ ਜੇ ਰਾਜ ਸਰਕਾਰ ਕੋਈ ਡਾਇਰੈਕਸ਼ਨ ਨਾ ਮੰਨੇ ਤਾਂ ਇਹ ਸਮਝਿਆ ਜਾਣਾ ਕਿ ਰਾਜ ਦੀ ਸੰਵਿਧਾਨਕ ਮਸ਼ੀਨਰੀ ਫੇਲ ਹੋ ਗਈ ਹੈ। ਉਹ ਵਿਵਸਥਾ ਹੈ ਆਰਟੀਕਲ 365 ਦੇ ਵਿੱਚ। ਜੇ 365 ਦੇ ਤਹਿਤ ਇਹ ਲੱਗੇ ਤਾਂ ਵੀ ਆਰਟੀਕਲ 356 ਅਪਲਾਈ ਕੀਤਾ ਜਾ ਸਕਦਾ ਹੈ, ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾ ਸਕਦਾ ਹੈ। ਭਾਵ ਰਾਜ ਦੀ ਸੰਵਿਧਾਨਕ ਮਸ਼ੀਨਰੀ ਫੇਲ ਹੋ ਗਈ ਹੋਵੇ ਜਾਂ ਰਾਜ ਸਰਕਾਰ ਕੇਂਦਰ ਦੇ ਨਿਰਦੇਸ਼ਾਂ ਨੂੰ ਮੰਨਣ ਤੋਂ ਇਨਕਾਰੀ ਹੋ ਜਾਵੇ ਤਾਂ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾ ਸਕਦਾ ਹੈ। ਇਸ ਸੰਬੰਧੀ ਦੂਸਰੀ ਵਿਵਸਥਾ ਹੈ ਕਿ ਸੰਸਦ ਦੀ ਪ੍ਰਵਾਨਗੀ ਇਹਦੇ ਤੇ ਵੀ ਜ਼ਰੂਰੀ ਹੈ, ਪਰ ਇਹਦੇ ਲਈ 1 ਮਹੀਨੇ ਦਾ ਨਹੀਂ 2 ਮਹੀਨੇ ਦਾ ਸਮਾਂ ਹੁੰਦਾ। ਦੋਨੇ ਹਾਊਸਸ ਦੁਆਰਾ ਪਾਰਲੀਮੈਂਟ ਦੇ ਇਹ ਜ਼ਰੂਰੀ ਹੈ ਪ੍ਰਵਾਨ ਕੀਤੇ ਜਾਣਾ। ਤੇ ਜਿਹੜੀ ਇਹ ਪ੍ਰਵਾਨਗੀ ਹੈ ਸਿੰਪਲ ਮੈਜੋਰਟੀ ਦੇ ਨਾਲ ਦੇਣੀ ਹੁੰਦੀ ਹੈ। ਜਿਹੜੀ ਨੈਸ਼ਨਲ ਐਮਰਜੈਂਸੀ ਹੈ ਉਹਦੇ ਵਾਂਗ 2/3 ਮੈਜੋਰਟੀ ਦੀ ਜ਼ਰੂਰਤ ਨਹੀਂ ਪੈਂਦੀ। ਤੇ ਜਦੋਂ ਇਹ ਡਿਕਲੇਰੇਸ਼ਨ ਰਾਸ਼ਟਰਪਤੀ ਨੇ ਕੀਤੀ ਹੈ, ਆਰਟੀਕਲ 356 ਅਪਲਾਈ ਕੀਤਾ ਹੈ, ਜੇ ਉਸ ਸਮੇਂ ਲੋਕ ਸਭਾ ਐਗਜ਼ਿਸਟੈਂਸ ਦੇ ਵਿੱਚ ਨਾ ਹੋਵੇ ਤਾਂ ਇਕੱਲੀ ਰਾਜ ਸਭਾ ਵੀ ਪ੍ਰਵਾਨ ਕਰ ਸਕਦੀ ਹੈ। ਪਰ ਜਦੋਂ ਲੋਕ ਸਭਾ ਇਲੈਕਸ਼ਨ ਤੋਂ ਬਾਅਦ ਨਵੇਂ ਸਿਰੋਂ ਜੁੜਦੀ ਹੈ ਤਾਂ ਉਸ ਨੂੰ 30 ਦਿਨ ਦੇ ਅੰਦਰ ਅੰਦਰ ਪ੍ਰਵਾਨਗੀ ਦੇਣੀ ਚਾਹੀਦੀ ਹੈ। ਨਹੀਂ ਦਿੰਦੀ ਪ੍ਰਵਾਨਗੀ ਇਹ ਤਾਂ ਜਿਹੜੀ ਇਹ ਸੰਕਟ ਕਾਲ ਦੀ ਘੋਸ਼ਣਾ ਇਹ ਖਤਮ ਹੋ ਜਾਂਦੀ ਹੈ। ਰਾਸ਼ਟਰਪਤੀ ਰਾਜ ਚੱਕਣਾ ਪੈਂਦਾ ਹੈ ਉਸ ਸਟੇਟ ਦੇ ਵਿੱਚੋਂ। ਰਾਸ਼ਟਰਪਤੀ ਰਾਜ ਦੀ ਮਿਆਦ ਕਿੰਨੀ ਹੈ? ਕਿਉਂਕਿ ਇਹ ਸਾਰੀਆਂ ਐਮਰਜੈਂਸੀ ਪ੍ਰੋਵੀਜ਼ਨਸ ਨੇ, ਇਸ ਲਈ ਬੜਾ ਸੋਚ ਸਮਝ ਕੇ ਇਹਨਾਂ ਸੰਬੰਧੀ ਫੈਸਲੇ ਕੀਤੇ ਗਏ ਸੀ ਕਿ ਇਹਨਾਂ ਨੂੰ ਮਿਸਯੂਜ਼ ਨਾ ਕੋਈ ਸਰਕਾਰ ਕਰ ਸਕੇ। ਜਦੋਂ ਪਾਰਲੀਮੈਂਟ ਇੱਕ ਵਾਰੀ ਪ੍ਰਵਾਨ ਕਰ ਦਿੰਦੀ ਹੈ ਇਸ ਐਮਰਜੈਂਸੀ ਨੂੰ ਤਾਂ ਰਾਸ਼ਟਰਪਤੀ ਰਾਜ ਨੂੰ ਕਿਸੇ ਸਟੇਟ ਦੇ ਵਿੱਚ ਤਾਂ 6 ਮਹੀਨੇ ਦੇ ਲਈ ਉਸ ਪ੍ਰਵਾਨਗੀ ਦੀ ਡੇਟ ਤੋਂ ਰਾਸ਼ਟਰਪਤੀ ਰਾਜ ਕਾਇਮ ਰਹਿੰਦਾ ਹੈ। ਜੇ ਰਾਸ਼ਟਰਪਤੀ ਚਾਹੇ ਤਾਂ 6 ਮਹੀਨੇ ਤੋਂ ਪਹਿਲਾਂ ਵੀ ਰਾਸ਼ਟਰਪਤੀ ਸ਼ਾਸਨ ਚੁੱਕ ਸਕਦਾ ਹੈ, ਉੱਥੋਂ ਦੀ ਜਿਹੜੀ ਚੁਣੀ ਹੋਈ ਸਰਕਾਰ ਹੈ ਉਸ ਨੂੰ ਲਾਗੂ ਕਰ ਸਕਦਾ ਹੈ। ਜੇਕਰ ਸੰਸਦ ਫਿਰ ਪ੍ਰਸਤਾਵ ਪਾਸ ਕਰ ਦੇਵੇ, 6 ਮਹੀਨੇ ਤਾਂ ਹੋ ਗਏ, ਪਰ ਉੱਥੋਂ ਦੀ ਸਰਕਾਰ ਨੂੰ ਕੰਮ ਨਹੀਂ ਸੰਭਾਲਿਆ ਜਾ ਸਕਦਾ। ਰਾਸ਼ਟਰਪਤੀ ਨੇ ਜਿਹੜਾ ਇਹ ਜਾਰੀ ਕੀਤਾ ਸੀ ਐਮਰਜੈਂਸੀ, ਇਸ ਨੂੰ ਨਵੇਂ ਸਿਰੋਂ ਪ੍ਰਵਾਨ ਕਰ ਦਿੰਦੀ ਹੈ ਪਾਰਲੀਮੈਂਟ, ਤਾਂ ਇਹਦੀ ਮਿਆਦ 6 ਮਹੀਨੇ ਹੋਰ ਵੱਧ ਜਾਂਦੀ ਹੈ। ਇਸ ਤਰ੍ਹਾਂ 6 ਮਹੀਨੇ ਪਲੱਸ 6 ਮਹੀਨੇ 1 ਸਾਲ ਦੇ ਲਈ ਪਾਰਲੀਮੈਂਟ ਇਸ ਮਿਆਦ ਨੂੰ ਰੂਟੀਨ ਦੇ ਵਿੱਚ ਵਧਾ ਸਕਦੀ ਹੈ। ਪਰ ਜੇ 1 ਸਾਲ ਤੋਂ ਵੀ ਵਧਾਉਣਾ ਹੋਵੇ ਫਿਰ ਇਹਦੇ ਲਈ ਇੱਕ ਹੋਰ ਫਿਲਟਰ ਲਾਇਆ ਗਿਆ ਹੈ, ਬੜਾ ਕਠੋਰ। 44th ਅਮੈਂਡਮੈਂਟ ਨੇ ਇਸ ਨੂੰ ਲਾਇਆ ਸੀ ਕਿ 1 ਸਾਲ ਤੋਂ ਬਾਅਦ ਕਿਸੇ ਰਾਜ ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਰੂਲ ਤਾਂ ਵਧਾਇਆ ਜਾ ਸਕਦਾ ਹੈ ਜੇ 2 ਸ਼ਰਤਾਂ ਪੂਰੀਆਂ ਹੁੰਦੀਆਂ ਹੋਣ। ਇਹਨਾਂ ਦੇ ਵਿੱਚ ਈਦਰ ਔਰ ਨਹੀਂ ਹੈ, ਇਹਨਾਂ ਦੇ ਵਿੱਚ ਐਂਡ ਹੈ ਕਿ ਦੋਵੇਂ ਸ਼ਰਤਾਂ ਪੂਰੀਆਂ ਹੁੰਦੀਆਂ ਹੋਣ। ਪੂਰੇ ਭਾਰਤ ਦੇ ਵਿੱਚ ਜਾਂ ਜਿਸ ਰਾਜ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੋਇਆ ਹੈ ਉੱਥੇ ਨੈਸ਼ਨਲ ਐਮਰਜੈਂਸੀ ਲੱਗੀ ਹੋਈ ਹੋਵੇ। ਅਤੇ ਐਂਡ ਦੂਸਰੀ ਕੰਡੀਸ਼ਨ ਕੀ ਹੈ? ਇਲੈਕਸ਼ਨ ਕਮਿਸ਼ਨ ਇਹ ਸਰਟੀਫਿਕੇਟ ਦੇਵੇ ਕਿ ਇਹੋ ਜਿਹੇ ਹਾਲਾਤ ਦੇ ਵਿੱਚ ਇਸ ਰਾਜ ਦੇ ਵਿੱਚ ਅਸੀਂ ਚੋਣਾਂ ਨਹੀਂ ਕਰਵਾ ਸਕਦੇ, ਇਸ ਲਈ ਇੱਥੋਂ ਦੀ ਚੁਣੀ ਹੋਈ ਸਰਕਾਰ ਸਥਾਪਿਤ ਨਹੀਂ ਕੀਤੀ ਜਾ ਸਕਦੀ। ਜੇ ਦੋਵੇਂ ਸ਼ਰਤਾਂ ਪੂਰੀਆਂ ਹੋ ਜਾਣ ਤਾਂ ਫਿਰ ਇਹ ਮਿਆਦ ਹੈ ਜਿਹੜੀ 3 ਸਾਲ ਤੱਕ ਵਧਾਈ ਜਾ ਸਕਦੀ ਹੈ। ਇੱਕ ਵਾਰੀ 'ਚ 6 ਮਹੀਨੇ ਦੀ ਮਿਆਦ ਹੁੰਦੀ ਹੈ, ਵੱਧ ਤੋਂ ਵੱਧ 1 ਸਾਲ ਤੱਕ ਵਧਾਈ ਜਾ ਸਕਦੀ ਹੈ। ਜੇ ਇਹ 2 ਕੰਡੀਸ਼ਨ ਪੂਰੀਆਂ ਹੁੰਦੀਆਂ ਹੋਣ ਤਾਂ 3 ਸਾਲ ਤੱਕ ਵੀ ਕਿਸੇ ਸਟੇਟ ਦੇ ਵਿੱਚ ਰਾਸ਼ਟਰਪਤੀ ਰਾਜ ਦੀ ਮਿਆਦ ਵਧਾਈ ਜਾ ਸਕਦੀ ਹੈ।
ਪਰ ਜੇ ਇਸ ਤੋਂ ਵੀ ਵਧਾਉਣੀ ਪਈ, ਜੇ ਅਸੀਂ ਪੰਜਾਬ ਦੀ ਐਗਜ਼ਾਮਪਲ ਲੈਂਦੇ ਹਾਂ, ਪੰਜਾਬ ਦੇ ਵਿੱਚ ਬੜਾ ਲੰਬਾ ਸਮਾਂ ਰਾਸ਼ਟਰਪਤੀ ਰਾਜ ਰਿਹਾ, ਅੱਜ ਤੋਂ 40 ਕੁ ਸਾਲ ਪਹਿਲਾਂ। ਇਸ ਸਮੇਂ ਦੇ ਦੌਰਾਨ ਵੈਸੇ ਤਾਂ ਬਹੁਤ ਵਾਰੀ ਇੰਪੋਜ਼ ਹੋਇਆ ਰਾਸ਼ਟਰਪਤੀ ਰਾਜ। 6 ਅਕਤੂਬਰ 1983 ਨੂੰ ਰਾਸ਼ਟਰਪਤੀ ਰਾਜ ਪੰਜਾਬ ਦੇ ਵਿੱਚ ਲਾਗੂ ਕੀਤਾ ਗਿਆ ਸੀ। ਪਰ ਰਾਸ਼ਟਰਪਤੀ ਰਾਜ ਤਾਂ ਇੱਕੋ ਸਾਲ ਲਈ ਰੱਖਿਆ ਜਾ ਸਕਦਾ, ਜਿੰਨਾ ਚਿਰ ਉਹ ਦੋ ਕੰਡੀਸ਼ਨਾਂ ਪੂਰੀਆਂ ਨਾ ਹੁੰਦੀਆਂ ਹੋਣ, ਕਿ ਇੱਕ ਤਾਂ ਨੈਸ਼ਨਲ ਐਮਰਜੈਂਸੀ ਲੱਗੀ ਹੋਈ ਹੋਵੇ, ਦੂਸਰਾ ਉੱਥੇ ਇਲੈਕਸ਼ਨ ਨਾ ਹੋ ਸਕਦੀ ਹੋਵੇ ਤੇ ਇਲੈਕਸ਼ਨ ਕਮਿਸ਼ਨ ਇਸ ਗੱਲ ਨੂੰ ਸਰਟੀਫਾਈ ਕਰੇ। ਪਰ ਉਹ ਕੰਡੀਸ਼ਨਾਂ ਪੂਰੀਆਂ ਹੋਣੀਆਂ ਲਗਭਗ ਅਸੰਭਵ ਹੁੰਦੀਆਂ ਨੇ ਸੈਂਟਰ ਗੌਰਮੈਂਟ ਵਾਸਤੇ ਵੀ ਪੂਰੀਆਂ ਕਰਨੀਆਂ। ਇਸ ਲਈ ਫਿਰ 1 ਸਾਲ ਤੋਂ ਵੱਧ ਮਿਆਦ ਜਦੋਂ ਵਧਾਉਣੀ ਹੋਵੇ ਬਿਨਾਂ ਕਿਸੇ ਉਸ ਗਰਾਊਂਡ ਦੇ, ਜਿਹੜੀ ਗਰਾਊਂਡ ਸੰਵਿਧਾਨ ਦੇ ਵਿੱਚ ਦਿੱਤੀ ਗਈ ਆ, ਫਿਰ ਸਰਕਾਰ ਨੂੰ, ਯੂਨੀਅਨ ਗੌਰਮੈਂਟ ਨੂੰ ਸੰਵਿਧਾਨ ਦੇ ਵਿੱਚ ਸੋਧਾਂ ਕਰਨੀਆਂ ਪਈਆਂ। ਜਿਵੇਂ ਸਭ ਤੋਂ ਪਹਿਲਾਂ 48th ਅਮੈਂਡਮੈਂਟ ਕੀਤੀ ਗਈ 1984 ਦੇ ਵਿੱਚ। ਇਹਦੇ ਵਿੱਚ ਕਿਹਾ ਗਿਆ ਕਿ ਬੇਸ਼ੱਕ 1 ਸਾਲ ਤੋਂ ਬਾਅਦ ਅਸੀਂ ਨਹੀਂ ਵਧਾ ਸਕਦੇ, ਪਰ ਪੰਜਾਬ ਦੇ ਵਿੱਚ ਚੋਣ ਕਮਿਸ਼ਨ ਦੀ ਪੁਸ਼ਟੀ ਤੋਂ ਬਿਨਾਂ ਅਤੇ ਸੰਕਟ ਕਾਲ ਤੋਂ ਬਿਨਾਂ ਰਾਸ਼ਟਰਪਤੀ ਰਾਜ 1 ਸਾਲ ਨਹੀਂ 2 ਸਾਲ ਤੱਕ ਰੱਖਿਆ ਜਾ ਸਕਦਾ ਹੈ। ਸੰਵਿਧਾਨਕ ਸੋਧ ਕਰਕੇ ਪੰਜਾਬ ਦੇ ਕੇਸ ਦੇ ਵਿੱਚ 1 ਸਾਲ ਦੀ ਜਗ੍ਹਾ 2 ਸਾਲ ਕੀਤਾ ਗਿਆ। ਫਿਰ ਇਲੈਕਸ਼ਨ ਹੋਈ, ਸੁਰਜੀਤ ਸਿੰਘ ਬਰਨਾਲਾ ਗੌਰਮੈਂਟ ਬਣੀ, ਫਿਰ ਸਰਕਾਰ ਟੁੱਟੀ, ਫਿਰ ਰਾਸ਼ਟਰਪਤੀ ਰਾਜ ਲਾਗੂ ਕੀਤਾ ਗਿਆ 11 ਮਈ 1987 ਨੂੰ। ਪਰ ਉਸ ਨੂੰ ਵੀ 1 ਸਾਲ ਤੋਂ ਬਾਅਦ ਵਧਾਇਆ ਨਹੀਂ ਸੀ ਜਾ ਸਕਦਾ, ਉਹ ਦੋ ਕੰਡੀਸ਼ਨਾਂ ਪੂਰੀਆਂ ਹੋਣ ਤੋਂ ਬਿਨਾਂ। ਫਿਰ 59th ਅਮੈਂਡਮੈਂਟ ਕੀਤੀ ਸਰਕਾਰ ਨੇ ਪਾਰਲੀਮੈਂਟ ਦੇ 1988 'ਚ। ਇਹਦੇ ਵਿੱਚ ਲਿਖਿਆ ਕਿ ਇਹ ਦੋ ਸ਼ਰਤਾਂ ਪੂਰੀਆਂ ਹੋਣ ਤੋਂ ਬਾਅਦ ਤੋਂ ਬਿਨਾਂ, ਐਮਰਜੈਂਸੀ ਔਰ ਇਲੈਕਸ਼ਨ ਕਮਿਸ਼ਨ ਦੀ ਪੁਸ਼ਟੀ ਤੋਂ ਬਿਨਾਂ, ਪੰਜਾਬ ਦੇ ਵਿੱਚ 1 ਸਾਲ ਨਹੀਂ ਜਿੰਨਾ ਚਿਰ ਮਰਜ਼ੀ ਰਾਸ਼ਟਰਪਤੀ ਰਾਜ ਜਾਰੀ ਰੱਖਿਆ ਜਾ ਸਕਦਾ ਹੈ, ਬੇਸ਼ੱਕ ਉਹ ਕੰਡੀਸ਼ਨਾਂ ਪੂਰੀਆਂ ਨਾ ਵੀ ਹੁੰਦੀਆਂ ਹੋਣ। ਪਰ ਮੈਕਸਿਮਮ ਲਿਮਿਟ ਤਾਂ 3 ਸਾਲ ਹੀ ਸੀ। ਇਸ ਲਈ ਜਦੋਂ ਉਹ ਲਿਮਿਟ ਪੂਰੀ ਹੋਣ ਲੱਗੀ, ਪਹਿਲੀ ਲਿਮਿਟ ਤਾਂ ਸੰਵਿਧਾਨਕ ਸੋਧ ਦੇ ਨਾਲ ਉਸ ਨੂੰ ਕਵਰ ਕਰ ਲਿਆ, ਉਸ ਤੋਂ ਛੋਟ ਲੈ ਲਈ। ਫਿਰ ਜਦੋਂ 3 ਸਾਲ ਵਾਲੀ ਲਿਮਿਟ ਵੀ ਪੂਰੀ ਹੋਣ ਲੱਗੀ ਤਾਂ ਪਾਰਲੀਮੈਂਟ ਨੇ 64ਵੀਂ ਸੰਵਿਧਾਨਕ ਸੋਧ ਕੀਤੀ। ਇਸ ਦੇ ਨਾਲ ਵਿਵਸਥਾ ਕੀਤੀ ਕਿ ਪੰਜਾਬ ਦੇ ਵਿੱਚ 3 ਸਾਲ ਨਹੀਂ, ਪੰਜਾਬ ਦੇ ਵਿੱਚ 3.5 ਸਾਲ ਤੱਕ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾ ਸਕਦਾ ਹੈ। ਫਿਰ 3.5 ਸਾਲ ਵੀ ਹੋ ਗਏ। ਫਿਰ 67ਵੀਂ ਸੋਧ ਕੀਤੀ 1990 ਦੇ ਵਿੱਚ ਹੀ, ਅਕਤੂਬਰ 1990 'ਚ। ਇਹਦੇ 'ਚ ਕਿਹਾ ਕਿ 3 ਸਾਲ ਨਹੀਂ ਪੰਜਾਬ ਦੇ ਵਿੱਚ, ਪੰਜਾਬ 'ਚ ਤਾਂ ਇਹ ਰਾਸ਼ਟਰਪਤੀ ਰਾਜ 4 ਸਾਲ ਤੱਕ ਵੀ ਰੱਖਿਆ ਜਾ ਸਕਦਾ ਹੈ, ਸੰਵਿਧਾਨਕ ਤੌਰ 'ਤੇ ਇਹ ਵੈਲਿਡ ਹੋਵੇਗਾ। ਫਿਰ 4 ਸਾਲ ਵੀ ਹੋ ਗਏ। ਫਿਰ 68th ਅਮੈਂਡਮੈਂਟ ਕੀਤੀ 1991 ਦੇ ਵਿੱਚ। ਇਹਦੇ ਵਿੱਚ ਕਿਹਾ ਗਿਆ ਕਿ ਪੰਜਾਬ 'ਚ 3 ਸਾਲ ਨਹੀਂ, ਪੰਜਾਬ 'ਚ ਤਾਂ ਇਹ ਰਾਸ਼ਟਰਪਤੀ ਰਾਜ 5 ਸਾਲ ਤੱਕ ਵੀ ਰੱਖਿਆ ਜਾ ਸਕਦਾ ਹੈ। ਇਸ ਤਰ੍ਹਾਂ ਰੂਟੀਨ ਦੇ ਵਿੱਚ ਸਰਕਾਰ 1 ਸਾਲ ਤੇ 3 ਸਾਲ ਤੱਕ ਜਾ ਸਕਦੀ ਹੈ ਰਾਸ਼ਟਰਪਤੀ ਰਾਜ, ਪਰ ਪੰਜਾਬ ਦੇ ਕੇਸ ਦੇ ਵਿੱਚ ਸੰਵਿਧਾਨਕ ਸੋਧਾਂ ਕਰਕੇ ਇਸ ਨੂੰ 5 ਸਾਲ ਤੱਕ ਵੀ ਲਿਜਾਇਆ ਗਿਆ। ਰਾਸ਼ਟਰਪਤੀ ਰਾਜ ਦੇ ਪ੍ਰਭਾਵ ਕੀ ਪੈਂਦੇ ਨੇ? ਰਾਸ਼ਟਰਪਤੀ ਰਾਜ ਦੀਆਂ ਸਾਰੀਆਂ ਜਿਹੜੀਆਂ ਐਗਜ਼ੀਕਿਊਟਿਵ ਪਾਵਰਸ ਨੇ ਉਹ ਆਪਣੇ ਹੱਥ 'ਚ ਲੈ ਸਕਦਾ ਹੈ। ਉਹ ਆਪ ਨਹੀਂ ਰਾਜ ਪ੍ਰਬੰਧ ਚਲਾਉਂਦਾ, ਉਸ ਦੇ ਨਾਮ ਤੇ ਗਵਰਨਰ ਸਾਰਾ ਰਾਜ ਪ੍ਰਬੰਧ ਚਲਾਉਂਦਾ ਹੈ। ਰਾਸ਼ਟਰਪਤੀ ਐਲਾਨ ਕਰ ਸਕਦਾ ਹੈ ਕਿ ਰਾਜ ਦੀਆਂ ਸਾਰੀਆਂ ਜਿਹੜੀਆਂ ਲੈਜਿਸਲੇਟਿਵ ਪਾਵਰਸ ਨੇ, ਅਸੈਂਬਲੀ ਦੀਆਂ ਜਿਹੜੀਆਂ ਪਾਵਰਸ ਨੇ, ਉਹ ਪਾਰਲੀਮੈਂਟ ਯੂਜ਼ ਕਰੇਗੀ ਜਾਂ ਪਾਰਲੀਮੈਂਟ ਕਿਸੇ ਬੋਡੀ ਨੂੰ ਆਥੋਰਾਈਜ਼ ਕਰੇਗੀ ਜਿਹੜੀ ਉਹਨਾਂ ਪਾਵਰਸ ਨੂੰ ਯੂਜ਼ ਕਰ ਸਕਦੀ ਹੈ। ਤੇ ਇਸ ਡਿਕਲੇਰੇਸ਼ਨ ਦੇ ਜਿਹੜੇ ਆਬਜੈਕਟਿਵ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਹੋਰ ਕੋਈ ਵੀ ਡਿਸੀਜਨ ਲੈ ਸਕਦਾ ਹੈ ਰਾਸ਼ਟਰਪਤੀ। ਇਸ ਤਰ੍ਹਾਂ ਰਾਸ਼ਟਰਪਤੀ ਕੋਲ ਇੱਕ ਖੁੱਲ੍ਹੀ ਪਾਵਰ ਚਲੀ ਜਾਂਦੀ ਹੈ ਉਸ ਸਟੇਟ ਦੇ ਮਾਮਲੇ ਦੇ ਵਿੱਚ ਜਿੱਥੇ ਰਾਸ਼ਟਰਪਤੀ ਰਾਜ ਲਾਗੂ ਕੀਤਾ ਹੋਇਆ ਹੋਵੇ। ਇਹ ਘੋਸ਼ਣਾ ਨਿਆਂਯੋਗ ਹੈ। ਜਿਹੜਾ ਮੌਲਿਕ ਸੰਵਿਧਾਨ ਸੀ ਉਹਦੇ ਵਿੱਚ ਆਰਟੀਕਲ 356 ਦੇ ਅਧੀਨ ਜਿਹੜੀ ਐਮਰਜੈਂਸੀ ਡਿਕਲੇਅਰ ਕੀਤੀ ਜਾਂਦੀ ਹੈ ਉਸ ਦੀ ਨਿਆਂਯੋਗਤਾ ਬਾਰੇ ਕੋਈ ਵੀ ਵਿਵਸਥਾ ਨਹੀਂ ਸੀ। ਫਿਰ ਜਿਵੇਂ ਅਸੀਂ ਨੈਸ਼ਨਲ ਐਮਰਜੈਂਸੀ ਦੇ ਕੇਸ ਦੇ ਵਿੱਚ ਡਿਸਕਸ ਕੀਤਾ, 78th ਅਮੈਂਡਮੈਂਟ ਹੁੰਦੀ ਆ 1975 ਦੇ ਵਿੱਚ। ਇਹਦੇ ਵਿੱਚ ਵਿਵਸਥਾ ਕੀਤੀ ਗਈ ਕਿ ਜਦੋਂ ਰਾਸ਼ਟਰਪਤੀ ਨੇ ਕਿਸੇ ਰਾਜ ਦੇ ਵਿੱਚ ਰਾਸ਼ਟਰਪਤੀ ਰਾਜ ਡਿਕਲੇਅਰ ਕਰਤਾ ਤਾਂ ਉਹਨੂੰ ਕਿਸੇ ਕੋਰਟ 'ਚ ਚੈਲੰਜ ਨਹੀਂ ਕੀਤਾ ਜਾ ਸਕਦਾ। ਫਿਰ 44th ਅਮੈਂਡਮੈਂਟ ਹੋਈ ਜਨਤਾ ਪਾਰਟੀ ਗੌਰਮੈਂਟ ਸਮੇਂ, ਇਹਨੇ ਉਸ ਲਾਈਨ ਨੂੰ ਡਿਲੀਟ ਕਰਤਾ ਸਾਡੇ ਸੰਵਿਧਾਨ 'ਚੋਂ। ਤੇ ਇਸ ਤਰ੍ਹਾਂ ਹੁਣ ਰਾਸ਼ਟਰਪਤੀ ਦੁਆਰਾ ਜਿਹੜੀ ਕੀਤੀ ਗਈ ਡਿਕਲੇਰੇਸ਼ਨ ਹੈ ਰਾਸ਼ਟਰਪਤੀ ਰਾਜ ਦੀ, ਉਸ ਨੂੰ ਚੈਲੰਜ ਕੀਤਾ ਜਾ ਸਕਦਾ ਹੈ। ਤੇ ਇਸ ਸੰਬੰਧੀ ਇੱਕ ਬੜਾ ਇੰਪੋਰਟੈਂਟ ਕੇਸ ਹੋਇਆ ਹੈ SR ਬੋਮਈ ਕੇਸ 1994 ਦੇ ਵਿੱਚ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਐਸੀ ਘੋਸ਼ਣਾ ਨੂੰ, ਐਸੀ ਡਿਕਲੇਰੇਸ਼ਨ ਨੂੰ ਅਦਾਲਤੀ ਚੁਣੌਤੀ ਦਿੱਤੀ ਜਾ ਸਕਦੀ ਹੈ ਕਿਉਂਕਿ ਉਹ ਕਲਾਸ ਖਤਮ ਹੋ ਗਈ ਹੈ ਜਿਹਨੇ ਇਹ ਬਾਰ ਲਗਾਈ ਸੀ। ਤੇ
ਅਦਾਲਤ ਕਿਹੜੇ ਤੱਥਾਂ ਦੇ ਆਧਾਰ ਤੇ ਇਸ ਨੂੰ ਦੇਖ ਸਕਦੀ ਹੈ, ਇਸ ਦਾ ਫੈਸਲਾ ਕਰ ਸਕਦੀ ਹੈ। ਇੱਕ ਤਾਂ ਰਾਸ਼ਟਰਪਤੀ ਦਾ ਫੈਸਲਾ ਠੋਸ ਤੱਥਾਂ ਤੇ ਆਧਾਰਿਤ ਹੋਣਾ ਚਾਹੀਦਾ ਹੈ। ਦੂਸਰਾ, ਜੇ ਅਦਾਲਤ ਰੱਦ ਕਰ ਦਿੰਦੀ ਹੈ ਇਸ ਨੂੰ, ਡਿਕਲੇਰੇਸ਼ਨ ਨੂੰ, ਤਾਂ ਅਦਾਲਤ ਉੱਥੋਂ ਦੀ ਜਿਹੜੀ ਸਰਕਾਰ ਤੋੜੀ ਹੈ, ਰਾਜ ਦੀ ਸਰਕਾਰ, ਉਸ ਨੂੰ ਰੀਇਨਸਟੇਟ ਕਰ ਸਕਦੀ ਹੈ। ਤੇ ਰਾਸ਼ਟਰਪਤੀ ਕੋਲ ਜਾਂ ਯੂਨੀਅਨ ਗੌਰਮੈਂਟ ਕੋਲ ਇਹ ਕੋਈ ਅਧਿਕਾਰ ਨਹੀਂ ਹੈ ਇਹ ਦੇਖਣ ਦਾ ਕਿ ਰਾਜ ਦੀ ਜਿਹੜੀ ਸਰਕਾਰ ਹੈ ਇਹ ਘੱਟ ਗਿਣਤੀ ਦੀ ਸਰਕਾਰ ਰਹਿ ਗਈ, ਇਹਦੇ ਨਾਲ MLAs ਦੀ ਗਿਣਤੀ ਘਟ ਗਈ। ਉਹਦਾ ਟੈਸਟ ਸਿਰਫ ਤੇ ਸਿਰਫ ਫਲੋਰ ਟੈਸਟ ਹੈ। ਸਿਰਫ ਵਿਧਾਨ ਸਭਾ ਹੀ ਇਹ ਡਿਸਾਈਡ ਕਰ ਸਕਦੀ ਹੈ ਕਿ ਸਾਡੀ ਜਿਹੜੀ ਮੰਤਰੀ ਪਰਿਸ਼ਦ ਹੈ ਉਸ ਦੇ ਨਾਲ ਸਾਡੀ ਮੈਜੋਰਿਟੀ ਹੈ ਜਾਂ ਨਾ। ਤੇ ਇੱਕ ਸੁਪਰੀਮ ਕੋਰਟ ਨੇ ਸਲਾਹ ਦਿੱਤੀ ਹੈ ਕਿ ਆਰਟੀਕਲ 356 ਦੇ ਤਹਿਤ ਜਿਹੜੀ ਦਿੱਤੀ ਸ਼ਕਤੀ ਹੈ ਇਹ ਅਸਧਾਰਨ ਹੈ, ਐਕਸੈਪਸ਼ਨਲ ਹੈ, ਤੇ ਇਸ ਨੂੰ ਐਕਸੈਪਸ਼ਨਲ ਸਰਕਮਸਟੈਂਸਿਸ ਦੇ ਵਿੱਚ ਹੀ ਵਰਤਿਆ ਜਾਣਾ ਚਾਹੀਦਾ ਹੈ। ਇਸ ਨੂੰ ਰੂਟੀਨ ਦੀ ਸੋਟੀ ਨਹੀਂ ਬਣਾਉਣਾ ਚਾਹੀਦਾ ਕਿ ਜਿੱਥੇ ਮਰਜ਼ੀ ਰਾਸ਼ਟਰਪਤੀ ਦਾ ਦਿਲ ਕੀਤਾ, ਯੂਨੀਅਨ ਗੌਰਮੈਂਟ ਦਾ ਦਿਲ ਕੀਤਾ, ਚਲਾਤੀ। ਇਸ ਨੂੰ ਐਕਸਟਰਾ ਆਰਡੀਨਰੀ ਸਰਕਮਸਟੈਂਸਿਸ ਦੇ ਵਿੱਚ ਹੀ ਵਰਤਿਆ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਇਹ ਹੁਣ ਤੱਤ ਪੂਰੀ ਤਰ੍ਹਾਂ ਕਲੀਅਰ ਹੈ ਕਿ ਇਹ ਘੋਸ਼ਣਾ ਨਿਆਂਯੋਗ ਹੈ। ਤੀਸਰੀ ਕਿਸਮ ਹੈ ਐਮਰਜੈਂਸੀ ਦੀ, ਫਾਈਨੈਂਸ਼ੀਅਲ ਐਮਰਜੈਂਸੀ, ਵਿੱਤੀ ਸੰਕਟ ਕਾਲ। ਆਰਟੀਕਲ 360 ਦੇ ਵਿੱਚ ਇਸ ਐਮਰਜੈਂਸੀ ਦੀ ਵਿਵਸਥਾ ਕੀਤੀ ਗਈ ਹੈ। 360 ਦੇ ਵਿੱਚ ਕਿਹਾ ਗਿਆ ਕਿ ਰਾਸ਼ਟਰਪਤੀ ਨੂੰ ਜੇ ਭਰੋਸਾ ਹੋ ਜਾਏ ਕਿ ਐਸੇ ਹਾਲਾਤ ਬਣ ਗਏ ਕਿ ਵਿੱਤੀ ਸ਼ਾਖ ਦੇਸ਼ ਦੀ ਜਾਂ ਕਿਸੇ ਇੱਕ ਰਾਜ ਦੀ ਜਾਂ ਕਿਸੇ ਇੱਕ ਭਾਗ ਦੀ ਖਤਰੇ 'ਚ ਹੈ, ਤਾਂ ਉਹ ਫਾਈਨੈਂਸ਼ੀਅਲ ਐਮਰਜੈਂਸੀ ਦਾ ਡਿਕਲੇਰੇਸ਼ਨ ਕਰ ਸਕਦਾ ਹੈ। ਪਰ ਇਹ ਕਦੇ ਵੀ ਜ਼ਰੂਰਤ ਨਹੀਂ ਪਈ। ਬੇਸ਼ੱਕ ਇੱਕ ਅੱਧੀ ਵਾਰੀ ਸਾਡੇ ਫਾਈਨਾਂਸ ਦੇ ਖੇਤਰ ਦੇ ਵਿੱਚ ਬੜੀ ਖੜੋਤ ਵੀ ਆਈ ਆ, ਪਰੰਤੂ ਕਦੇ ਵੀ ਸੰਵਿਧਾਨ ਦੇ ਲਾਗੂ ਹੋਣ ਤੋਂ ਲੈ ਕੇ ਹੁਣ ਤੱਕ ਆਰਟੀਕਲ 360 ਅਪਲਾਈ ਨਹੀਂ ਕੀਤਾ ਗਿਆ। ਇਸ ਨਾਲ ਸੰਬੰਧਿਤ ਮੁੱਖ ਵਿਵਸਥਾਵਾਂ ਨੇ ਸੰਸਦ ਦੇ ਦੋਵੇਂ ਸਦਨਾਂ ਅੱਗੇ ਪ੍ਰਵਾਨਗੀ ਦੇ ਲਈ ਰੱਖਣਾ ਪੈਂਦਾ ਹੈ, ਤੇ ਸੰਸਦ ਦੇ ਦੋਵੇਂ ਸਦਨ ਜੇ 2 ਮਹੀਨੇ ਦੇ ਅੰਦਰ ਅੰਦਰ ਪ੍ਰਵਾਨਗੀ ਦੇ ਦੇਣ ਸਿੰਪਲ ਮੈਜੋਰਟੀ ਦੇ ਨਾਲ, ਤਾਂ ਇਹ ਘੋਸ਼ਣਾ ਚੱਲਦੀ ਰਹਿੰਦੀ ਹੈ। ਜੇ 2 ਮਹੀਨੇ ਦਾ ਸਮਾਂ ਪੂਰਾ ਹੋਣ ਤੋਂ ਪਹਿਲਾਂ ਲੋਕ ਸਭਾ ਭੰਗ ਹੋ ਜੇ, ਰਾਜ ਸਭਾ ਇਕੱਲੀ ਪ੍ਰਵਾਨਗੀ ਦੇ ਦੇਵੇ, ਤਾਂ ਵੀ ਚੱਲਦੀ ਰਹਿੰਦੀ ਹੈ। ਫਿਰ ਜਦੋਂ ਲੋਕ ਸਭਾ ਨਵੇਂ ਸਿਰਿਓਂ ਜੁੜਦੀ ਹੈ ਤਾਂ ਲੋਕ ਸਭਾ 30 ਦਿਨ ਦੇ ਅੰਦਰ ਅੰਦਰ ਪ੍ਰਵਾਨਗੀ ਦੇ ਦੇਵੇ, ਤਾਂ ਇਹ ਚੱਲਦੀ ਰਹਿੰਦੀ ਆ। ਭਾਵ ਦੋਨਾਂ ਹਾਊਸਸ ਦੀ ਪ੍ਰਵਾਨਗੀ ਜ਼ਰੂਰੀ ਆ। 2 ਮਹੀਨੇ ਦਾ ਸਮਾਂ ਹੈ, ਸਿੰਪਲ ਮੈਜੋਰਟੀ ਦੇ ਨਾਲ ਪ੍ਰਵਾਨਗੀ ਦੇਣੀ ਹੈ, ਤੇ ਉਹਨਾਂ ਚਿਰ ਚੱਲਦੀ ਰਹਿੰਦੀ ਹੈ ਜਿੰਨਾ ਚਿਰ ਇਸ ਨੂੰ ਵਾਪਸ ਨਹੀਂ ਲਿਆ ਜਾਂਦਾ। ਨੈਕਸਟ ਪੁਆਇੰਟ ਇਹ ਹੈ ਕਿ ਇਸ ਦੀ ਮਿਆਦ ਕਿੰਨੀ ਹੈ। ਇਹ ਜਦੋਂ ਇੱਕ ਵਾਰੀ ਡਿਕਲੇਅਰ ਕੀਤੀ ਜਾਂਦੀ ਹੈ ਤਾਂ ਇਹਦੇ ਸਮਾਪਤ ਹੋਣ ਦੀ ਘੋਸ਼ਣਾ ਜਿੰਨਾ ਚਿਰ ਨਹੀਂ ਕੀਤੀ ਜਾਂਦੀ ਉਹਨਾਂ ਚਿਰ ਚੱਲਦੀ ਰਹਿੰਦੀ ਹੈ। ਇਸ ਦੀ ਮਿਆਦ ਕੋਈ 6 ਮਹੀਨੇ ਜਾਂ 1 ਸਾਲ ਵਾਲੀ ਨਹੀਂ ਹੈ। ਇਸ ਦੇ ਪ੍ਰਭਾਵ ਕੀ ਪੈਂਦੇ ਨੇ? ਫਾਈਨੈਂਸ਼ੀਅਲ ਐਮਰਜੈਂਸੀ ਦੇ ਪ੍ਰਭਾਵ ਮੁੱਖ ਤੌਰ 'ਤੇ ਇਹ ਨੇ ਕਿ ਫਾਈਨਾਂਸ ਦੇ ਮਾਮਲੇ ਦੇ ਵਿੱਚ ਯੂਨੀਅਨ ਗੌਰਮੈਂਟ ਦੀਆਂ ਪਾਵਰਸ ਦੇ ਵਿੱਚ ਵਾਧਾ ਹੋ ਜਾਂਦਾ, ਸਟੇਟ ਗੌਰਮੈਂਟਸ ਦੀਆਂ ਪਾਵਰ ਦੇ ਵਿੱਚ ਕਮੀ ਆ ਜਾਂਦੀ ਆ। ਕੇਂਦਰ ਸਰਕਾਰ ਰਾਜ ਸਰਕਾਰਾਂ ਨੂੰ ਉਹਨਾਂ ਦੇ ਆਰਥਿਕ ਵਿਵਹਾਰ ਸੰਬੰਧੀ ਨਿਰਦੇਸ਼ ਜਾਰੀ ਕਰ ਸਕਦੀ ਹੈ, ਤੁਸੀਂ ਕਿਵੇਂ ਖਰਚੇ ਕਰਨੇ ਨੇ, ਕਿਵੇਂ ਨਹੀਂ ਕਰਨੇ। ਰਾਜ ਸਰਕਾਰਾਂ ਨੂੰ ਕਿਸੇ ਵੀ ਵਰਗ ਦੇ ਅਧਿਕਾਰੀਆਂ ਦੀਆਂ ਤਨਖਾਹਾਂ ਭੱਤੇ ਘਟਾਉਣ ਦਾ ਨਿਰਦੇਸ਼ ਦੇ ਸਕਦੀ ਹੈ। ਇਹ ਰਾਜਾਂ ਨਾਲ ਸੰਬੰਧਿਤ ਹੈ। ਤੇ ਰਾਜ ਸਰਕਾਰਾਂ ਨੂੰ ਧਨ ਬਿੱਲ ਜਾਂ ਰਾਜ ਦੀ ਸੰਚਿਤ ਨਿਧੀ ਚੋਂ ਕੀਤੇ ਜਾਣ ਵਾਲੇ ਖਰਚੇ ਸੰਬੰਧੀ ਕੋਈ ਵੀ ਬਿੱਲ ਹੈ ਜਿਹੜਾ ਰਾਸ਼ਟਰਪਤੀ ਦੀ ਪ੍ਰਵਾਨਗੀ ਲਈ ਰਿਜ਼ਰਵ ਰੱਖੇ ਜਾਣ ਦਾ ਨਿਰਦੇਸ਼ ਦੇ ਸਕਦੀ ਹੈ। ਅਦਰਵਾਈਜ਼ ਇਹ ਜਿਹੜੀ ਪ੍ਰਵਾਨਗੀ ਹੈ ਰਾਜਪਾਲ ਦਿੰਦੇ ਨੇ, ਪਰ ਫਾਈਨੈਂਸ਼ੀਅਲ ਐਮਰਜੈਂਸੀ ਦੇ ਦੌਰਾਨ ਰਾਸ਼ਟਰਪਤੀ ਤੋਂ ਪ੍ਰਵਾਨਗੀ ਕੰਪਲਸਰੀ ਕੀਤੀ ਜਾ ਸਕਦੀ ਹੈ। ਇਹ ਰਾਜਾਂ ਨਾਲ ਸੰਬੰਧਿਤ ਨੇ। ਤੇ ਚੌਥਾ ਹੈ ਰਾਸ਼ਟਰਪਤੀ ਆਰਡਰ ਜਾਰੀ ਕਰ ਸਕਦੇ ਨੇ ਕਿ ਸਰਵਉੱਚ ਅਦਾਲਤ ਅਤੇ ਉੱਚ ਅਦਾਲਤਾਂ ਦੇ ਜੱਜਾਂ ਸਮੇਤ ਕਿਸੇ ਵੀ ਸੰਘੀ ਅਧਿਕਾਰੀ ਦੀ ਤਨਖਾਹ ਦੇ ਵਿੱਚ ਕਟੌਤੀ ਕੀਤੀ ਜਾ ਸਕਦੀ ਹੈ। ਕੁਝ ਸਾਡੇ ਇਹ ਅਹੁਦੇ ਇਸ ਤਰ੍ਹਾਂ ਦੇ ਨੇ, ਜਿਵੇਂ ਸੁਪਰੀਮ ਕੋਰਟ ਦੇ ਜੱਜ, ਹਾਈ ਕੋਰਟਸ ਦੇ ਜੱਜ, ਜਿਨ੍ਹਾਂ ਦੀਆਂ ਤਨਖਾਹਾਂ ਭੱਤੇ ਘਟਾਏ ਨਹੀਂ ਜਾ ਸਕਦੇ, ਸਿਰਫ ਵਧਾਏ ਜਾ ਸਕਦੇ ਨੇ ਪੋਲੀਟੀਕਲ ਇੰਟਰਫੀਅਰੈਂਸ ਤੋਂ ਬਚਾਉਣ ਦੇ ਲਈ। ਪਰ ਜਦੋਂ ਫਾਈਨੈਂਸ਼ੀਅਲ ਐਮਰਜੈਂਸੀ ਇੰਪੋਜ਼ ਕੀਤੀ ਹੋਈ ਹੋਵੇ ਰਾਸ਼ਟਰਪਤੀ ਨੇ, ਤਾਂ ਰਾਸ਼ਟਰਪਤੀ ਇਹਨਾਂ ਅਧਿਕਾਰੀਆਂ ਦੇ ਤਨਖਾਹ ਭੱਤੇ ਘਟਾਉਣ ਦਾ ਆਦੇਸ਼ ਵੀ ਜਾਰੀ ਕਰ ਸਕਦੇ ਨੇ। ਵਿੱਤੀ ਸੰਕਟ ਕਾਲ ਦੀ ਘੋਸ਼ਣਾ ਵੀ ਨਿਆਂਯੋਗ ਹੈ। ਇਹਦੇ ਨਾਲ ਸੰਬੰਧਿਤ ਫਿਰ ਉਹੀ ਗੱਲਾਂ ਅਸੀਂ ਰਿਪੀਟ ਕਰਾਂਗੇ ਕਿ ਜਿਹੜਾ ਓਰੀਜਨਲ ਕੌਂਸਟੀਟਿਊਸ਼ਨ ਆ ਉਹਦੇ ਵਿੱਚ ਕੋਈ ਵਿਵਸਥਾ ਨਹੀਂ ਸੀ ਇਸ ਦੀ ਨਿਆਂਯੋਗਤਾ ਬਾਰੇ। ਨਾ ਤਾਂ ਇਹ ਸੀ ਕਿ ਚੈਲੰਜ ਕੀਤਾ ਜਾ ਸਕਦਾ, ਨਾ ਇਹ ਸੀ ਕਿ ਚੈਲੰਜ ਨਹੀਂ ਕੀਤਾ ਜਾ ਸਕਦਾ। 38th ਅਮੈਂਡਮੈਂਟ ਹੋਈ ਜਿਸ ਨੇ ਕੋਰਟਸ ਤੋਂ ਇਹ ਪਾਵਰ ਖੋਲ੍ਹੀ
ਤੇ ਡਿਕਲੇਅਰ ਕੀਤਾ ਕਿ ਰਾਸ਼ਟਰਪਤੀ ਨੇ ਜਦੋਂ ਇਹ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਤਾਂ ਉਸ ਨੂੰ ਕਿਸੇ ਕੋਰਟ ਦੇ ਵਿੱਚ ਚੁਣੌਤੀ ਨਹੀਂ ਦਿੱਤੀ ਜਾ ਸਕਦੀ। ਸਰਕਾਰ ਬਦਲੀ, 44th ਅਮੈਂਡਮੈਂਟ ਹੋਈ, ਉਹਨੇ ਉਸ ਲਾਈਨ ਨੂੰ, ਉਸ ਕਲੌਜ਼ ਨੂੰ ਸੰਵਿਧਾਨ ਦੇ ਵਿੱਚੋਂ ਰਿਪੀਲ ਕਰ ਦਿੱਤਾ। ਇਸ ਤਰ੍ਹਾਂ ਹੁਣ ਜਿਹੜੀ ਮੌਜੂਦਾ ਸਥਿਤੀ ਹੈ ਉਹਦੇ ਅਨੁਸਾਰ ਵਿੱਤੀ ਸੰਕਟ ਕਾਲ ਦੀ ਘੋਸ਼ਣਾ ਵੀ ਨਿਆਂਯੋਗ ਹੈ। ਇਸ ਨੂੰ ਅਦਾਲਤ ਦੇ ਵਿੱਚ ਚੈਲੰਜ ਕੀਤਾ ਜਾ ਸਕਦਾ ਹੈ। ਇਹ ਸੀ ਰਾਸ਼ਟਰਪਤੀ ਦੀਆਂ ਸੰਕਟਕਾਲੀ ਸ਼ਕਤੀਆਂ, ਜਿਨ੍ਹਾਂ ਨੂੰ ਮੁੱਖ 3 ਵਰਗਾਂ ਦੇ ਵਿੱਚ ਅਸੀਂ ਵੰਡਿਆ ਹੈ। ਅਸਲ ਦੇ ਵਿੱਚ ਜਿਹੜੀਆਂ ਰਾਸ਼ਟਰਪਤੀ ਦੀਆਂ ਸੰਕਟਕਾਲੀ ਸ਼ਕਤੀਆਂ ਨੇ, ਬਾਕੀ ਬਹੁਤੀਆਂ ਸ਼ਕਤੀਆਂ ਦੇ ਵਾਂਗ ਉਹ ਵੀ ਯੂਨੀਅਨ ਗੌਰਮੈਂਟ ਦੀ, ਜਾਂ ਕਹਿ ਲਈਏ ਅਸੀਂ ਕਿ ਪ੍ਰਧਾਨ ਮੰਤਰੀ ਤੇ ਉਹਦੇ ਸਾਥੀ ਮੰਤਰੀਆਂ ਦੀ ਸਲਾਹ 'ਤੇ ਵਰਤੀਆਂ ਜਾਣ ਵਾਲੀਆਂ ਹੀ ਸ਼ਕਤੀਆਂ ਨੇ, ਜਾਂ ਕਹਿ ਲਈਏ ਕਿ ਯੂਨੀਅਨ ਗੌਰਮੈਂਟ ਦੀਆਂ ਹੀ ਸ਼ਕਤੀਆਂ ਨੇ। ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ।